ਆਸਾ ਮਹੱਲਾ ਪੰਜਵਾਂ। ਹਰ ਰਸ ਛੋੜ ਹੋਛੈ ਰਸ ਮਾਤਾ। ਘਰ ਮਹਿ ਵਸਤ ਬਾਹਰ ਉਠ ਜਾਤਾ। ਹਰ ਰਸ ਛੋੜ ਹੋਛੈ ਰਸ ਮਾਤਾ। ਘਰ ਮਹਿ ਵਸਤ ਬਾਹਰ ਉਠ ਜਾਤਾ। ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ। ਰਾਰ ਕਰਤ ਝੂਠੀ ਲਗ ਗਾਥਾ। ਰਹਾ ਵਜਹ ਸਾਹਿਬ ਕਾ ਸੇਵ ਬਿਰਾਨੀ। ਐਸੇ ਗੁਨਾਹ ਅਸ਼ਾਦਿਓ ਪ੍ਰਾਨੀ। ਤਿਸ ਸਿਉ ਲੂਕ ਜੋ ਸਦ ਹੀ ਸੰਗੀ। ਕਾਮ ਨ ਆਵੈ ਸੋ ਫਿਰ ਫਿਰ ਮੰਗੀ। ਕਹੋ ਨਾਨਕ ਪ੍ਰਭ ਦੀਨ ਦਇਆਲਾ। ਜਿਉ ਭਾਵੈ ਤਿਉ ਕਰ ਪ੍ਰਤਪਾਲਾ। ਕਹੋ ਨਾਨਕ ਪ੍ਰਭੂ ਦੀਨ ਦਇਆਲਾ। ਜਿਉ ਭਾਵੈ ਤਿਉ ਕਰ ਪ੍ਰਤਪਾਲਾ। ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਗੁਰੂ ਚਰਨਾਂ ਵਿੱਚ ਸੱਜ ਕੇ ਆਪ ਜੀ ਨੇ ਸਤਿਗੁਰੂ ਦੇ ਪਿਆਰ ਵਾਲਿਆਂ ਪਾਸੋਂ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਅਤੇ ਕੀਰਤਨ ਬੜੇ ਅਦਬ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਆਓ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਨਾਲ ਆਪਣੇ ਮਨਾਂ ਨੂੰ ਜੋੜਨ ਦਾ ਯਤਨ ਕਰੀਏ। ਗੁਰੂ ਕੇ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਬਣਾਓ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 376 ਉੱਪਰ ਰਾਗ ਆਸਾ ਦੇ ਵਿੱਚ ਸ਼ਹੀਦਾਂ ਦੇ ਸਿਰ ਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸੁਭਾਈਮਾਨ ਹੈ, ਜਿਸ ਦਾ ਪਾਠ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਸ ਸਾਰੇ ਸ਼ਬਦ ਦੇ ਵਿੱਚ ਪਾਤਸ਼ਾਹ ਨੇ ਮਨੁੱਖ ਦੇ ਉਸ ਸੁਭਾਅ ਦਾ, ਮਨੁੱਖ ਦੀ ਉਸ ਬਿਰਤੀ ਦਾ ਤੇ ਮਨੁੱਖ ਦੇ ਉਸ ਚਾਲ ਚੱਲਣ ਦਾ ਜ਼ਿਕਰ ਕੀਤਾ ਹੈ ਜਿੱਥੇ ਮਨੁੱਖ ਵਿਸ਼ੇ ਤੇ ਵਿਕਾਰਾਂ ਦੇ ਸਵਾਦ ਨੂੰ ਡੂੰਘੇ ਢੰਗ ਨਾਲ ਮਾਣਦਾ ਹੈ ਤੇ ਉਸ ਦੇ ਜੀਵਨ ਦਾ ਸਵਾਦ ਇਹੋ ਜਿਹਾ ਬਣ ਚੁੱਕਿਆ ਹੁੰਦਾ ਹੈ
ਕਿ ਉਸ ਨੂੰ ਪਰਮੇਸ਼ਰ ਦੀ ਯਾਦ, ਰੱਬ ਦੀ ਗੱਲ, ਰੱਬੀ ਗੁਣਾਂ ਵਾਲੀ ਜਿਹੜੀ ਵਿਚਾਰ ਹੈ ਉਹ ਮਨ ਨੂੰ ਕਿਧਰੇ ਵੀ ਚੰਗੀ ਨਹੀਂ ਲੱਗਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਸੁਭਾਅ ਦਾ ਇਸ ਸ਼ਬਦ ਵਿੱਚ ਜ਼ਿਕਰ ਕਰਕੇ ਮਨੁੱਖ ਦੀ ਮਾਨਸਿਕ ਅਵਸਥਾ, ਆਤਮਿਕ ਜੀਵਨ ਦਾ ਵਿਹਾਰ ਬਤਾਇਆ। ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਵੱਖ-ਵੱਖ ਮਨ ਦੇ ਸੁਭਾਅ ਦੀਆਂ ਜਿਹੜੀਆਂ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਦੇ ਵਿੱਚ ਫਰਮਾਈਆਂ ਨੇ। ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਸਾਡੇ ਮਨ ਅੰਦਰ ਜਦੋਂ ਕੋਈ ਫੁਰਨਾ, ਕੋਈ ਵਿਚਾਰ ਪੈਦਾ ਹੁੰਦਾ ਹੈ ਜਾਂ ਆਉਂਦਾ ਹੈ, ਜੇ ਅਸੀਂ ਉਸ ਨੂੰ ਉਸੇ ਵੇਲੇ ਜਾਂ ਕਿਧਰੇ ਪ੍ਰੈਕਟੀਕਲ ਕਰ ਲਈਏ ਤੇ ਉਹਦੀ ਪ੍ਰੈਕਟਿਸ ਇੱਕ ਤੋਂ ਵਧੇਕ ਵਾਰ ਜਿੰਨੀ ਵੱਧ ਹੁੰਦੀ ਜਾਏਗੀ, ਓਨਾ ਹੀ ਉਹ ਖਿਆਲ ਸਾਡੇ ਅੰਦਰ ਪੱਕ ਜਾਵੇਗਾ। ਉਹ ਪੱਕਿਆ ਹੋਇਆ ਖਿਆਲ ਜਿਹੜਾ ਉਹ ਸੁਭਾਅ ਬਣਦਾ ਹੈ। ਫਿਰ ਦੁਬਾਰਾ ਦੁਹਰਾਦੇ ਹਾਂ ਗੱਲ ਨੂੰ ਸਮਝਣ ਵਾਸਤੇ। ਕੋਈ ਖਿਆਲ ਸਾਡੇ ਮਨ ਵਿੱਚ ਇੱਕ ਵਾਰ ਆਉਂਦਾ ਹੈ, 2 ਵਾਰ ਆਉਂਦਾ ਹੈ, 10 ਵਾਰ ਆਉਂਦਾ ਹੈ। ਜਿੰਨੀ ਵਾਰ ਵੱਧ ਉਹ ਖਿਆਲ ਸਾਡੇ ਮਨ ਵਿੱਚ ਫੁਰਨਾ ਉੱਠਦਾ ਹੈ, ਜਦੋਂ ਅਸੀਂ ਉਸ ਨੂੰ ਬਾਰ-ਬਾਰ ਆਪਣੇ ਮਨ ਵਿੱਚ ਚੱਕਰ ਕੱਟਣ ਦਿੰਦੇ ਹਾਂ, ਉਹ ਸਾਡੇ ਮਨ ਦਾ ਇੱਕ ਭਾਗ ਬਣ ਜਾਂਦਾ, ਇੱਕ ਹਿੱਸਾ ਬਣ ਜਾਂਦਾ। ਮਨ ਨੂੰ ਉਹਦੇ ਵਿੱਚੋਂ ਸਵਾਦ ਆਉਣਾ ਸ਼ੁਰੂ ਹੁੰਦਾ ਹੈ। ਫਿਰ ਅਸੀਂ ਸਰੀਰ ਦੇ ਰਾਹੀਂ ਉਸ ਅੰਦਰ ਦੇ ਫੁਰਨੇ ਦਾ ਪ੍ਰੈਕਟਿਸ ਕਰਦੇ ਹਾਂ, ਉਹਨੂੰ ਕਮਾਉਂਦੇ ਹਾਂ। ਉਸ ਨੂੰ ਜਦੋਂ ਇੱਕ ਤੋਂ ਵੱਧ ਵਾਰ ਅਸੀਂ ਕਮਾ ਲਈਏ ਤੇ ਉਹ ਸਾਡੀ ਆਦਤ ਬਣ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਬੰਦੇ ਦਾ ਸੁਭਾਅ ਬਣ ਗਿਆ, ਆਦਤ ਬਣ ਗਈ। ਤੇ ਉਹ ਜਿਹੜੀ ਚੀਜ਼ ਹੈ, ਜੇ ਜਿੰਨੀ ਵਾਰ ਵੱਧ ਪ੍ਰੈਕਟਿਸ ਉਹਦੀ ਹੁੰਦੀ ਜਾਏ, ਜਿੰਨੀ ਵਾਰ ਵੱਧ ਉਸ ਨੂੰ ਬੰਦਾ ਕਮਾਈ ਜਾਏ, ਉਹ ਆਦਤ ਪੱਕ ਕੇ ਸੰਸਕਾਰ ਬਣ ਜਾਂਦੀ ਹੈ। ਯਾਨੀ ਕਿ ਸਾਡੀ ਘਾੜਤ ਦੇ ਅੰਦਰ ਵਸ ਜਾਂਦੀ ਹੈ ਉਹ ਚੀਜ਼, ਜਿਹਨੂੰ ਆਪਾਂ ਕਹਿੰਦੇ ਨਾ ਇਸ ਮਨੁੱਖ ਦੇ ਸੰਸਕਾਰ ਹੀ ਇਹੋ ਜਿਹੇ ਨੇ। ਭਾਵ ਯਾਨੀ ਕਿ ਇਹਦੀ ਬਣਤਰ 'ਚ ਇਹ ਚੀਜ਼ ਵਸ ਗਈ ਹੈ। ਸੰਸਕਾਰ ਤੋੜਨਾ ਸਭ ਤੋਂ ਕਠਿਨ ਹੈ, ਆਦਤ ਤੋੜਨੀ ਉਸ ਤੋਂ ਥੋੜੀ ਜਿਹੀ ਸੌਖੀ ਹੈ। ਅੰਦਰ ਉੱਠਦੇ ਹੋਏ ਵਿਚਾਰ ਨੂੰ ਬਦਲਣਾ ਉਸ ਤੋਂ ਵੀ ਥੋੜਾ ਜਿਹਾ ਸੌਖਾ ਹੈ। ਜਿਉਂ-ਜਿਉਂ ਇਹਦਾ ਪ੍ਰੋਸੈਸ ਲੰਮਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਇਸ ਨੂੰ ਬਦਲਣਾ ਔਖਾ ਹੁੰਦਾ ਜਾਂਦਾ ਹੈ। 1-2 ਵਾਰ ਆਏ ਹੋਏ ਮਨ ਵਿੱਚ ਭੈੜੇ ਫੁਰਨੇ ਨੂੰ ਤਿਆਗਣਾ ਸੌਖਾ ਹੈ, ਕਿਉਂਕਿ ਅਜੇ ਸ਼ੁਰੂਆਤ ਹੈ। ਜਦੋਂ ਉਹ ਬਹੁਤੀ ਵਾਰ ਮਨ ਵਿੱਚ ਆ ਜਾਏ, ਸਾਡਾ ਅੰਦਰ ਉਸ ਚੀਜ਼ ਦਾ ਸਵਾਦ ਲੈਣ ਲੱਗ ਪਵੇ, ਫਿਰ ਥੋੜੀ ਕਠਿਨਾਈ ਹੁੰਦੀ ਹੈ। ਜਦੋਂ ਸਾਡਾ ਸੁਭਾਅ ਬਣ ਜਾਂਦੀ ਹੈ ਚੀਜ਼, ਫਿਰ ਉਸ ਨੂੰ ਤਿਆਗਣਾ ਹੋਰ ਕਠਿਨ ਹੋ ਜਾਂਦਾ ਹੈ। ਜਦੋਂ ਆਦਤ ਪੱਕ ਕੇ ਸਾਡੇ ਸੰਸਕਾਰ ਬਣ ਜਾਂਦੀ ਹੈ, ਫਿਰ ਉਸ ਨੂੰ ਤਿਆਗਣਾ ਸਭ ਤੋਂ ਔਖਾ ਹੁੰਦਾ ਹੈ। ਉਹ ਸਾਡੇ ਭਾਗ ਬਣ ਜਾਂਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਰਥ ਕਰਦਿਆਂ ਹੋਇਆਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਹੋਏ ਕਰਮਾਂ ਦੇ, ਸੰਸਕਾਰਾਂ ਦੇ ਲੇਖ, ਇਹ ਸ਼ਬਦ ਬੜੀ ਵਾਰ ਵਰਤਿਆ ਕਿ ਜਿਹੜੇ ਅਸੀਂ ਮਨ ਕਰਕੇ ਜਾਂ ਮਨ ਦੇ ਫੁਰਨਿਆਂ ਨੂੰ ਤਨ ਕਰਕੇ ਪ੍ਰੈਕਟਿਸ ਕਰਦੇ ਹਾਂ, ਉਹ ਸਾਡੀ ਆਦਤ ਬਣੀ ਹੋਈ ਪੱਕ ਕੇ ਜਦੋਂ ਸੁਭਾਅ ਸੰਸਕਾਰ ਦੇ ਰੂਪ ਧਾਰਨ ਕਰ ਲੈਂਦੀ ਹੈ, ਫਿਰ ਸਾਡਾ ਸਾਰਾ ਜੀਵਨ ਉਹਦੇ ਮੁਤਾਬਕ ਹੀ ਚੱਲਦਾ ਹੈ। ਫਿਰ ਉਹਦੇ ਮੁਤਾਬਕ ਹੀ ਅਸੀਂ ਆਪਣੇ ਕਰਮ ਕਰਦੇ ਹਾਂ, ਵਿਹਾਰ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਇਸੇ ਕਰਕੇ ਕਹਿੰਦੀ ਹੈ ਕਿ ਜਿਹੜੇ ਜੀਵ ਆਪਣੇ ਮਨ ਦਾ ਨਿਰੰਤਰ ਧਿਆਨ ਰੱਖਦੇ ਹਨ, ਆਮ ਤੌਰ ਉੱਤੇ ਸਤਿਗੁਰੂ ਦੀ ਬਾਣੀ ਦੇ ਕਥਨ ਮੁਤਾਬਕ ਅਸੀਂ ਸਾਰੇ ਆਪਣੀਆਂ ਸਰੀਰ ਦੀਆਂ ਜ਼ਰੂਰਤਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ। ਖਾਣਾ, ਪਹਿਨਣਾ, ਸਰੀਰ ਦੀ ਤੰਦਰੁਸਤੀ, ਸਰੀਰ ਦੀ ਅਰੋਗਤਾ, ਸਰੀਰ ਦਾ ਰੋਗ, ਸਰੀਰ ਦੀ ਬਿਮਾਰੀ, ਸਰੀਰ ਨਾਲ ਵਾਪਰੀ ਘਟਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤੀ ਵਾਰ ਸਾਡੀ ਬੋਡੀ ਨਾਲ, ਸਰੀਰ ਨਾਲ ਸੰਬੰਧ ਰੱਖਦੀਆਂ ਨੇ। ਔਰ ਸਾਡੇ ਅੰਦਰ ਜਿੰਨੇ ਵੀ ਖਿਆਲ ਨੇ, ਸਾਰੇ ਸਰੀਰ ਬਾਰੇ ਬਹੁਤ ਤਾਤ ਨੇ ਤੇ ਅਸੀਂ ਸਰੀਰ ਬਾਬਤ ਬਹੁਤ ਸੋਚਦੇ ਹਾਂ। ਪਰ ਇਸ ਦੇ ਨਾਲ ਨਾਲ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਜਿਹੜਾ ਸਾਡਾ ਮਨ ਹੈ, ਸਾਡਾ ਅੰਤਰ ਆਤਮਾ ਹੈ, ਉਹ ਵੀ ਸਾਡੇ ਸਰੀਰ ਜਿੰਨਾ ਹੀ ਅਰਥ ਰੱਖਦਾ ਹੈ।
ਯਾਨੀ ਕਿ ਉਹ ਵੀ ਸਾਡੇ ਜੀਵਨ ਦਾ ਵਡਮੁੱਲਾ ਭਾਗ ਹੈ। ਅਸੀਂ ਸਰੀਰ ਦੇ ਸੁੱਖ ਬਾਰੇ ਸੋਚਦਿਆਂ ਮਨ ਨੂੰ ਦੁਖੀ ਕਰਦੇ ਹਾਂ। ਮਨ ਦਾ ਦੁੱਖ ਸਰੀਰ ਦੇ ਰਾਹੀਂ ਪ੍ਰਗਟ ਹੁੰਦਾ ਹੈ, ਬਿਮਾਰੀਆਂ ਕਰਕੇ, ਹੋਰ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ। ਫਿਰ ਅਸੀਂ ਸੋਚਦੇ ਹਾਂ ਕਿ ਸਾਨੂੰ ਸੁੱਖ ਕਿਉਂ ਨਹੀਂ ਮਿਲਿਆ, ਅਸੀਂ ਮਿਹਨਤ ਤੇ ਬੜੀ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਸ ਸਾਰੇ ਕੁਝ ਦਾ ਬੜਾ ਵਿਆਖਿਆ ਸਹਿਤ ਜ਼ਿਕਰ ਬਾਣੀ ਦੇ ਵਿੱਚ ਕੀਤਾ ਹੈ। ਇੱਕ ਜਗ੍ਹਾ ਤੇ ਇੱਥੋਂ ਤੱਕ ਹਜ਼ੂਰ ਨੇ ਕਹਿ ਦਿੱਤਾ, ਕਹਿੰਦੇ ਚੰਗਾ ਹੋਵੇ ਜੇ ਤੂੰ ਆਪਣਾ ਮਨ ਹੀ ਨਵਾਂ ਬਣਾ ਲਵੇਂ, ਗੁਰ ਕੈ ਸ਼ਬਦ ਬਣਾਵੋ ਇਹ ਮਨ। ਵੀ ਗੁਰੂ ਦੇ ਸ਼ਬਦ ਨਾਲ ਇਸ ਮਨ ਨੂੰ ਬਣਾ ਲੈ, ਕਿਉਂਕਿ ਮਨ ਅੰਦਰ ਵਿਚਾਰਾਂ ਦਾ ਘਰ ਹੀ ਹੈ ਨਾ। ਵਿਚਾਰ ਬਦਲ ਗਏ ਤਾਂ ਮਨ ਨਵਾਂ ਬਣ ਗਿਆ। ਇਸ ਨੂੰ ਸਤਿਗੁਰੂ ਆਸਾ ਕੀ ਵਾਰ ਵਿੱਚ ਫਰਮਾਉਂਦੇ ਨੇ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਗ ਰਹਿ, ਗੁਰ ਬਿਨ ਗਿਆਨ ਨਾ ਹੋਏ। ਮਨ ਨੂੰ ਬੰਨਣ ਦੀ ਤਾਕਤ ਇੱਕੋ ਹੀ ਹੈ, ਗੁਰੂ ਦਾ ਉਪਦੇਸ਼, ਸਤਿਗੁਰੂ ਦੀ ਮੱਤ। ਹੋਰ ਕੋਈ ਸਮਰੱਥਾ ਨਹੀਂ ਜਿਹੜੀ ਮਨ ਨੂੰ ਕੰਟਰੋਲ ਵਿੱਚ ਰੱਖ ਸਕੇ। ਆਤਮ ਗਿਆਨ ਤੋਂ ਬਿਨਾਂ ਮਨ ਕੰਟਰੋਲ ਵਿੱਚ ਆ ਹੀ ਨਹੀਂ ਸਕਦਾ। ਮਨ ਦਾ ਬੰਨ ਨੂੰ ਬੰਨਣ ਵਾਸਤੇ, ਮਨ ਦੇ ਟਿਕਾ ਦਾ, ਮਨ ਦੇ ਫੁਰਨੇ ਰੋਕਣ ਦਾ ਇੱਕੋ ਹੀ ਸਾਧਨ ਮਾਤਰ ਹੈ, ਸਤਿਗੁਰੂ ਦਾ ਉਪਦੇਸ਼ ਤੇ ਸ਼ਬਦ। ਬਾਕੀ ਜਿੰਨੇ ਵੀ ਕਾਰਜ ਹਨ ਉਹ ਸਰੀਰਕ ਹਨ। ਜਿਵੇਂ ਕੋਈ ਬੰਦਾ ਬਹੁਤੀ ਸਰੀਰਕ ਤੌਰ ਉੱਤੇ ਧਾਰਮਿਕ ਰਸਮਾਂ ਨਿਭਾਵੇ ਤੇ ਜੋ ਇਹ ਸੋਚਦਾ ਹੈ ਨਾ ਵੀ ਫਿਜ਼ੀਕਲੀ ਕੰਮ ਕਰਨ ਨਾਲ ਮਨ ਟਿਕ ਜਾਏਗਾ, ਨਹੀਂ। ਜਿੰਨਾ ਚਿਰ ਮਨ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਦਾ, ਉਹਨਾਂ ਚਿਰ ਮਨ ਦੇ ਫੁਰਨੇ ਰੋਕ ਨਹੀਂ ਸਕਦੇ। ਮਨ ਨੂੰ ਮਨ ਦੇ ਨਾਲ ਹਿਸਾਬ ਨਾਲ ਸਿੱਝਣਾ ਪਵੇਗਾ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਤੋ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੇ ਜਿਹੜਾ ਜ਼ਿਕਰ ਕੀਤਾ ਹੈ ਕਿ ਮਨ ਦੇ ਫੁਰਨੇ, ਮਨ ਦਾ ਸੁਭਾਅ ਸਤਿਗੁਰੂ ਦੇ ਸ਼ਬਦ ਨਾਲ ਹੀ ਬਦਲਿਆ ਜਾ ਸਕਦਾ ਹੈ, ਗਿਆਨ ਨਾਲ, ਸੋਝੀ ਨਾਲ। ਇਸ ਤਰ੍ਹਾਂ ਜ਼ਿਕਰ ਕਰਦੇ ਹਾਂ ਹਜ਼ੂਰ ਮਹਾਰਾਜ ਇਸ ਮੁਬਾਰਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਰਹਿਮਤ ਕਰਦੇ ਨੇ। ਹਜ਼ੂਰ ਕਹਿੰਦੇ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ। ਅਕਾਲ ਪੁਰਖ ਪ੍ਰਭੂ ਜੋ ਕਿ ਸੱਚ ਰੂਪ ਹੈ, ਉਸ ਦਾ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਗਿਆਨ ਹੈ, ਉਸ ਦੀਆਂ ਜੋ ਗੱਲਾਂ ਨੇ, ਉਸ ਦੀਆਂ ਜੋ ਕਥਨੀਆਂ ਨੇ, ਮਨ ਉਹਨਾਂ ਨੂੰ ਸੁਣਨਾ ਨਹੀਂ ਚਾਹੁੰਦਾ। ਉਹ ਮਨ ਦੇ ਸੁਭਾਅ ਨਾਲ ਮੇਲ ਨਹੀਂ ਖਾਂਦੀਆਂ। ਜਿਹੜੀ ਚੀਜ਼ ਮਨ ਦੇ ਸੁਭਾਅ ਨਾਲ ਮੇਲ ਖਾਏਗੀ, ਮਨ ਉੱਥੇ ਜਾਏਗਾ, ਤੇ ਜਿਹੜੀ ਚੀਜ਼ ਮਨ ਦੇ ਸੁਭਾਅ ਨਾਲ ਮੇਲ ਨਹੀਂ ਖਾਏਗੀ, ਮਨ ਉਸ ਚੀਜ਼ ਤੋਂ ਉਕਤਾ ਜਾਏਗਾ, ਉੱਥੋਂ ਭੱਜਣ ਦੀ ਕੋਸ਼ਿਸ਼ ਕਰੇਗਾ, ਉੱਥੋਂ ਦੌੜਨ ਦੀ ਕੋਸ਼ਿਸ਼ ਕਰੇਗਾ। ਤੋ ਇਸ ਕਰੈਕਟਰ ਨੂੰ, ਇਸ ਕਿਰਦਾਰ ਨੂੰ ਗੁਰਬਾਣੀ ਨੇ ਕੂੜਿਆ ਰੱਖਿਆ। ਕੂੜ ਦਾ ਮਤਲਬ ਹੈ ਝੂਠ 'ਚ ਲੱਗਾ ਹੋਇਆ। ਅਸੀਂ ਸਤਿਗੁਰੂ ਜੀ ਦੇ ਗੌੜੀ ਰਾਗ ਦੇ ਵਿੱਚੋਂ ਇਹ ਸ਼ਲੋਕ ਪੜ੍ਹਦੇ ਹਾਂ ਮਹਾਰਾਜ ਦਾ, ਜਿੱਥੇ ਹਜ਼ੂਰ ਕਹਿੰਦੇ ਨੇ ਵੀ ਮਨ, ਇਹ ਸਰੀਰ, ਐਸੇ ਕਿਰਦਾਰ ਵਾਲਾ ਜੀਵਨ ਗੁਰੂ ਦੇ ਕੋਲ ਆਉਂਦਾ ਹੈ ਜਿੱਥੇ ਸਤਿਗੁਰੂ ਦੀ ਆਤਮਿਕ ਰੱਬ ਦਾ ਨਾਮ ਦੇਣ ਵਾਲੀ ਗੱਲਬਾਤ ਚੱਲਦੀ ਹੈ। ਮਨ ਉਸ ਚੀਜ਼ ਤੋਂ ਉਕਤਾ ਜਾਂਦਾ ਹੈ। ਜਿੰਨਾ ਵੀ ਸਮਾਂ ਉਹ ਗੁਰੂ ਦੇ ਕੋਲ ਬੈਠਦਾ ਹੈ, ਉਹਦਾ ਮਨ ਉਹਨੂੰ ਅੰਦਰੋਂ ਹੁੱਜਾ ਮਾਰਦਾ ਹੈ ਵੀ ਇੱਥੇ ਬੈਠਣ ਦਾ ਕੋਈ ਲਾਭ ਨਹੀਂ, ਇੱਥੋਂ ਚਲੇ ਜਾਣਾ ਚਾਹੀਦਾ। ਇਹਨੂੰ ਸਤਿਗੁਰੂ ਮਹਾਰਾਜ ਕਹਿੰਦੇ, ਓਏ ਵਾਲ ਛਾਲ ਕਾਰ ਝੱਤ ਕੱਢ ਦੇ। ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਸਮਾਂ ਪਾਸ ਕਰਨਾ, ਇੰਨਾ ਕੁ ਟਾਈਮ ਹੈ, ਕਿਸੇ ਤਰ੍ਹਾਂ ਔਖੇ ਸੌਖੇ ਹੋ ਕੇ ਉਹਨੂੰ ਕੱਢ ਲਵੋ। ਕਿਉਂ? ਕਿਉਂਕਿ ਉਹ ਮਨ ਦੇ ਸੁਭਾਅ ਨਾਲ ਮੇਲ ਨਹੀਂ ਖਾਂਦੀ ਗੱਲ। ਮਨ ਚਾਹੁੰਦਾ ਵੀ ਇੱਥੋਂ ਚੱਲਿਆ ਜਾਏ। ਇਹ ਅਸੀਂ ਆਮ ਆਪਣੀ ਗੱਲਬਾਤ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਵੀ ਕਿਤੇ ਕੋਈ ਗਲਤ ਗੱਲ ਹੋ ਰਹੀ ਹੋਵੇ, ਅਸੀਂ ਆਪਣਾ ਸਮਾਂ ਉੱਥੇ ਲੰਘਾਉਂਦੇ ਹਾਂ ਔਰ ਪਤਾ ਵੀ ਨਹੀਂ ਲੱਗਦਾ। ਜਦੋਂ ਕੋਈ ਰੱਬ ਦੀ, ਨੇਕੀ ਦੀ, ਧਰਮ ਦੀ, ਗੁਰੂ ਦੇ ਗਿਆਨ ਦੀ, ਉਪਦੇਸ਼ ਦੀ ਗੱਲ ਚੱਲਦੀ ਹੋਵੇ, ਉਸ ਨੂੰ ਸਮਝਣਾ, ਉਸ ਨੂੰ ਵਿਚਾਰਨਾ, ਉੱਥੇ ਸਮਾਂ ਲੰਘਾਉਣਾ ਬਹੁਤ ਔਖਾ ਹੁੰਦਾ ਹੈ। ਕਿਉਂ ਕਹਿ ਲਓ, ਉੱਥੇ ਸਮਾਂ ਲੰਘਾਉਣਾ ਪੈਂਦਾ ਹੈ। ਕਿਉਂ? ਕਿਉਂਕਿ ਮਨ ਦਾ ਸੁਭਾਅ ਤੇ ਮਨ ਦੀ ਆਦਤ ਵੈਸੀ ਬਣ ਚੁੱਕੀ ਹੈ।
ਉਹ ਆਪਣੇ ਸੁਭਾਅ ਮੁਤਾਬਕ ਖੁਰਾਕ ਚਾਹੁੰਦਾ ਹੈ, ਆਪਣੇ ਆਪ ਮੁਤਾਬਕ ਉਹ ਸੁਣਨਾ ਚਾਹੁੰਦਾ ਹੈ, ਆਪਣੇ ਆਪ ਮੁਤਾਬਕ ਉਹ ਵੇਖਣਾ ਚਾਹੁੰਦਾ ਹੈ। ਜਦੋਂ ਉਹਨੂੰ ਉਹਦੇ ਮੁਤਾਬਕ ਦਿਸਦਾ ਨਹੀਂ ਜਾਂ ਸੁਣਦਾ ਨਹੀਂ ਤਾਂ ਉਹ ਉਕਤਾ ਜਾਂਦਾ, ਨਿਰਾਸ਼ ਹੋ ਜਾਂਦਾ ਹੈ। ਹੁਣ ਇਸ ਸੁਭਾਅ ਨੂੰ ਬਦਲਣ ਉੱਤੇ ਘਾਲਣੀ ਪਏਗੀ। ਗੁਰੂ ਨਾਨਕ ਮਹਾਰਾਜ ਨੇ ਯਾਦ ਰੱਖਣਾ, ਜਿਹੜਾ ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਨੇ ਉਹਨਾਂ 'ਚ ਰੱਬੀ ਨਾਮ ਦੀ ਕਮਾਈ ਨੂੰ ਘਾਲਣਾ ਕਿਹਾ। ਮਿਹਨਤ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਮਸ਼ੱਕਤ ਦਾ ਮਤਲਬ ਹੈ ਕਰੜੀ, ਬਿਖਮ ਕਾਲ, ਜਿਹਨੂੰ ਅਸੀਂ ਸਤਿਗੁਰੂ ਦੀ ਬਾਣੀ ਚੋਂ ਵੀ ਪੜ੍ਹਦੇ ਹਾਂ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਲ। ਜਦੋਂ ਭਾਈ ਸਤਾ ਤੇ ਬਲਵੰਡ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦਾ, ਭਾਈ ਲਹਿਣਾ ਜੀ ਦਾ ਜ਼ਿਕਰ ਕਰਦੇ ਨੇ ਵੀ ਉਹ ਗੁਰੂ ਨਾਨਕ ਮਹਾਰਾਜ ਦੇ ਦਰ ਉੱਤੇ ਆ ਕੇ ਸ਼ਬਦ ਦੀ ਕਮਾਈ ਕਰਦੇ ਨੇ, ਉੱਥੇ ਉਹਨਾਂ ਸ਼ਬਦ ਵਰਤੇ, ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ, ਜੋਤ ਓਹਾ ਜੁਗਤ ਸਾਏ ਸ਼ੈਕਾਇਆ ਫੇਰ ਪਲਟੀਐ, ਝੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ, ਕਰੈ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚਟੀਐ। ਕਿਉਂਕਿ ਭਾਈ ਲਹਿਣਾ ਜੀ ਨੇ ਉਹ ਕੀਤਾ ਜੋ ਗੁਰੂ ਨੇ ਫਰਮਾਇਆ, ਔਰ ਇਹ ਕਰਨਾ ਬੜਾ ਕਠਿਨ ਸੀ, ਅਲੂਣੀ ਸਿਲ ਚੱਟਣ ਵਾਂਗ ਸੀ, ਯਾਨੀ ਕਿ ਆਪਣੇ ਆਪ ਨੂੰ ਬਦਲ ਦੇਣ ਵਾਸਤੇ। ਇੱਕ ਨੁਕਤਾ ਹੋਰ ਜੋ ਗੁਰੂ ਕੀ ਪਾਵਨ ਬਾਣੀ ਵਿੱਚੋਂ ਸਮਝਣ ਯੋਗ ਹੈ, ਅਸੀਂ ਕਿਸੇ ਮਿਊਜ਼ੀਅਮ ਵਿੱਚ ਜਾਂਦੇ ਹਾਂ, ਉੱਥੇ ਕੋਈ ਤਸਵੀਰ ਬਣੀ ਪਈ ਹੈ ਚਿੱਤਰਕਾਰ ਦੀ, ਕਿਸੇ ਪੇਂਟਰ ਦੀ, ਜਾਂ ਫਿਰ ਕਿਸੇ ਬੁੱਤ ਤਰਾਸ਼ ਨੇ ਬੁੱਤ ਘੜ ਕੇ ਰੱਖਿਆ। ਜਦੋਂ ਅਸੀਂ ਉਹ ਤਸਵੀਰ ਵੇਖੀ ਤੇ ਹੈਰਾਨ ਹੋਏ ਵੀ ਕਮਾਲ ਹੈ, ਜਿਸ ਬੰਦੇ ਨੇ ਇਹਨੂੰ ਬਣਾਇਆ ਕਿੰਨਾ ਹੁਨਰ ਉਹਨੇ ਵਰਤਿਆ। ਐਨ ਹੂ ਬਹੂ ਬੰਦੇ ਦਾ ਚਿਹਰਾ ਉਸੇ ਤਰ੍ਹਾਂ ਦਾ ਉਹਨੇ ਸਚਾਈ ਵਿਖਾ ਦਿੱਤੀ ਇੱਕ ਤਰ੍ਹਾਂ ਨਾਲ। ਜਿਹੜਾ ਉਹਨੇ ਪੱਥਰ ਦਾ ਬੁੱਤ ਘੜਿਆ ਬੁੱਤ ਤਰਾਸ਼ ਨੇ, ਉਹਨੂੰ ਵੇਖ ਕੇ ਆਪਾਂ ਹੈਰਾਨ ਹੁੰਨੇ ਵੀ ਇੱਕ ਇਹਦੇ 'ਚ ਸਾਹ ਲੈਣ ਦੀ ਤਾਕਤ ਹੀ ਨਹੀਂ, ਇੱਕ ਜਾਨ ਹੀ ਨਹੀਂ ਇਹਦੇ ਵਿੱਚ, ਪਰ ਬੰਦੇ ਤੋਂ ਘੱਟ ਵੀ ਕੱਖ ਨਹੀਂ। ਅਸੀਂ ਉਸ ਬੰਦੇ ਦੇ ਹੁਨਰ ਤੋਂ, ਉਹਦੀ ਕਲਾ ਤੋਂ ਸਦਕੇ ਜਾਂਦੇ ਹਾਂ, ਹੈਰਾਨ ਹੁੰਨੇ ਆ ਵੀ ਇੰਨਾ ਵੀ ਕੋਈ ਕਲਾਵਾਨ ਬੰਦਾ ਹੋ ਸਕਦਾ ਸੰਸਾਰ 'ਚ। ਔਰ ਉਸ ਬੰਦੇ ਦੇ ਉਸ ਹੁਨਰ ਨੂੰ, ਕਲਾ ਨੂੰ ਤੱਕ ਕੇ ਅਸੀਂ ਪ੍ਰਭਾਵਿਤ ਹੁੰਨੇ ਆ। ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਇੱਕ ਕਾਗਜ਼ ਦੇ ਉੱਤੇ, ਕੈਨਵਸ ਦੇ ਉੱਤੇ ਜਿਹੜੀ ਚਿੱਤਰਕਾਰੀ ਹੈ, ਉਹਦੇ ਉੱਤੇ ਖੁੱਲ੍ਹ ਕੇ ਉਹ ਚਿੱਤਰਕਾਰ ਆਪਣਾ ਹੁਨਰ ਵਰਤ ਸਕਦਾ। ਨਾ ਤਾਂ ਕਾਗਜ਼ ਨੇ ਰੌਲਾ ਪਾਉਣਾ ਹੈ, ਨਾ ਜਿਸ ਕੱਪੜੇ ਤੇ ਉਹ ਸਾਰਾ ਕੁਝ ਬਣਾ ਰਿਹਾ ਉਹਨੂੰ ਪਾਉਣਾ ਹੈ, ਨਾ ਰੰਗਾਂ ਨੇ ਪਾਉਣਾ ਹੈ। ਜਿਸ ਪੱਥਰ ਨੂੰ ਬੁੱਤ ਤਰਾਸ਼ ਘੜ ਰਿਹਾ ਉਸ ਪੱਥਰ ਨੇ ਰੌਲਾ ਨਹੀਂ ਪਾਉਣਾ ਵੀ ਇਵੇਂ ਨਹੀਂ ਐਵੇਂ ਕਰ, ਕੋਈ ਆਰਗੂਮੈਂਟ ਤੇ ਨਹੀਂ ਨਾ ਕਰਨਾ ਉਹਨੇ। ਬਸ ਬੰਦੇ ਅੰਦਰ ਹੁਨਰ ਚਾਹੀਦਾ, ਉਹ ਖੁੱਲ੍ਹ ਕੇ ਆਪਣਾ ਹੁਨਰ ਆਪਣੀ ਮਰਜ਼ੀ ਨਾਲ ਉਹਦੇ ਤੇ ਵਰਤ ਸਕਦਾ। ਮਨੁੱਖੀ ਜੀਵਨ ਨੂੰ ਘੜਨਾ ਬਹੁਤ ਔਖਾ ਤੇ ਕਠਿਨ ਹੈ। ਜਦੋਂ ਗੁਰੂ ਕੋਲ ਵੀ ਸਿੱਖ ਆਉਂਦਾ ਨਾ, ਉਹਦੇ ਮਨ ਵਿੱਚ ਸੈਂਕੜੇ ਪ੍ਰਸ਼ਨ ਹੁੰਦੇ ਨੇ, ਸ਼ੰਕੇ ਹੁੰਦੇ ਨੇ, ਉਹਦਾ ਬਣਿਆ ਸੁਭਾਅ ਹੁੰਦਾ ਹੈ। ਜਦੋਂ ਉਹਨੂੰ ਘੜਨ ਦੀ ਗੱਲ ਆਉਂਦੀ ਹੈ ਨਾ, ਉਦੋਂ ਕਈ ਤਰ੍ਹਾਂ ਦੇ ਉਹ ਆਰਗੂਮੈਂਟ ਕਰਦਾ ਹੈ, ਦਲੀਲਬਾਜ਼ੀ ਕਰਦਾ ਹੈ, ਤਰਕ ਵਿਤਰਕ ਕਰਦਾ ਹੈ। ਉਹ ਆਪਣੇ ਝੂਠ ਦੇ ਪੱਖ ਵਿੱਚ, ਗੁਰੂ ਦੇ ਵਿਰੋਧ ਵਿੱਚ ਵੀ ਖਲੋ ਜਾਂਦਾ ਹੈ। ਇਹ ਮਨੁੱਖ ਦੇ ਮਨ ਦੀ ਅਵਸਥਾ ਹੈ। ਜਦੋਂ ਗੁਰੂ ਆਖੇਗਾ ਨਹੀਂ ਇਵੇਂ ਹੋਣਾ ਚਾਹੀਦਾ, ਹੁਣ ਜੇ ਮੈਂ 30-35 ਸਾਲ ਤੋਂ ਜਿਹੜੀ ਚੀਜ਼ ਆਪਣੇ ਅੰਦਰ ਟਿਕਾਈ ਹੋਈ ਹੈ, ਮੈਂ ਆਖਾਂਗਾ ਇਵੇਂ ਕਿਵੇਂ ਹੋ ਸਕਦਾ ਹੈ, ਇਹ ਤਾਂ ਬਹੁਤ ਔਖਾ ਹੈ, ਤਾਂ ਨਹੀਂ ਚੱਲੇਗਾ ਸੰਸਾਰ ਵਿੱਚ। ਜਦੋਂ ਅਸੀਂ ਇਹ ਸ਼ਬਦ ਵਰਤਦੇ ਨਹੀਂ, ਆਹ ਗੱਲ ਜਿਹੜੀ ਗੁਰੂ ਦੀ ਨਾ, ਇਹ ਦੁਨੀਆ 'ਚ ਚੱਲਦੀ ਨਹੀਂ, ਇਹ ਔਖੀ ਹੈ, ਇਹਨੂੰ ਮੰਨਣਾ ਬਹੁਤ ਕਠਿਨ ਹੈ, ਇਹ ਨਹੀਂ ਮੰਨੀ ਜਾ ਸਕਦੀ। ਇਹਦਾ ਭਾਵ ਹੀ ਇਹ ਹੁੰਦਾ ਹੈ ਵੀ ਅਸੀਂ ਬਿਲਕੁਲ ਉਸ ਗੱਲ ਦੇ, ਗੁਰੂ ਦੇ ਉਪਦੇਸ਼ ਦੇ ਵਿਰੋਧ ਵਿੱਚ ਜੀਵੇ ਹਾਂ ਤੇ ਉੱਥੇ ਹੀ ਖੜੇ ਹਾਂ। ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਹਾਂ ਵੀ ਨਹੀਂ, ਗੁਰੂ ਦਾ ਇਹ ਵਚਨ ਮੰਨਿਆ ਨਹੀਂ ਜਾ ਸਕਦਾ। ਇਹ ਤਾਂ ਬਹੁਤ ਔਖਾ ਹੈ, ਇਹ ਤਾਂ ਮੰਨਣ ਯੋਗ ਹੀ ਨਹੀਂ। ਤੇ ਇਹਦਾ ਭਾਵ ਇਹ ਵੀ ਕੱਢਿਆ ਜਾ ਸਕਦਾ ਹੈ ਵੀ ਅਸੀਂ ਇਹ ਵੀ ਨਾਲ ਹੀ ਕਹਿ ਦਿੰਦੇ ਹਾਂ ਵੀ ਮਹਾਰਾਜ ਤੁਸੀਂ ਗੱਲ ਹੀ ਉਹ ਕੀਤੀ ਜਿਹੜੀ ਮੰਨੀ ਨਹੀਂ ਜਾ ਸਕਦੀ। ਤੁਸੀਂ ਉਹ ਗੱਲ ਕਹੋ ਨਾ ਜਿਹੜੀ ਮੰਨੀ ਜਾ ਸਕਦੀ ਹੋਵੇ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦਾ ਇਹ ਬਚਨ ਵੀ ਬਹੁਤ ਕਠਿਨ ਹੈ ਮਨੁੱਖ ਦੇ ਜੀਵਨ ਨੂੰ ਘੜਨਾ ਗੁਰੂ ਵਾਸਤੇ, ਕਿਉਂਕਿ ਸਿੱਖ ਸੈਂਕੜੇ, ਜੀਵ ਜਿਹੜਾ ਸੈਂਕੜੇ ਪ੍ਰਸ਼ਨ ਸ਼ੰਕੇ ਆਪਣੇ ਮਨ ਅੰਦਰ ਲੈ ਕੇ ਖਲੋਤਾ ਹੈ। ਉਹ ਨਾ ਨੁਕਰ ਕਰਦਾ ਹੈ, ਕਈ ਕੁਝ ਕਰ, ਫਿਰ ਵੀ ਗੁਰੂ ਦੀ ਇਹ ਕਲਾ ਹੈ
ਵੀ ਗੁਰੂ ਸਾਡੇ ਵਰਗੇ ਤਰਕ ਵਿਤਰਕ ਦਲੀਲਬਾਜ਼ੀਆਂ ਦੇ ਪੁਤਲਿਆਂ ਨੂੰ, ਝੂਠ ਤੇ ਫਰੇਬ ਵਿੱਚ ਲੱਗਿਆਂ ਹੋਇਆਂ ਨੂੰ ਬੜਾ ਸਹਿਜ ਤੇ ਸੰਜਮ ਰੱਖ ਕੇ ਘੜਦਾ ਰਹਿੰਦਾ ਹੈ। ਇਸ ਲਈ ਬਾਣੀ ਵਿੱਚ ਇੱਕ ਬਚਨ ਆਇਆ ਹੈ ਵੀ ਗੁਰੂ ਨੂੰ ਨਾ ਵਡਿਆਈ ਦੀ ਭੁੱਖ ਹੈ ਤੇ ਨਾ ਨਿੰਦਾ ਦਾ ਡਰ ਹੈ। ਉਹਨੂੰ ਕਿਸੇ ਨਾਲ ਵੈਰ ਵੀ ਨਹੀਂ, ਕੋਈ ਉਹਦਾ ਆਦਰ ਕਰੇ ਚਾਹੇ ਨਾ ਕਰੇ। ਗੁਰੂ ਦੀ ਸ਼ਖਸੀਅਤ ਨੂੰ, ਗੁਰੂ ਦੇ ਵਜੂਦ ਨੂੰ ਨਾ ਸਾਡੀ ਵਡਿਆਈ ਦੀ ਭੁੱਖ ਹੈ ਤੇ ਨਾ ਸਾਡੀ ਨਿੰਦਾ ਦਾ ਕੋਈ ਪ੍ਰਭਾਵ ਹੈ। ਜੇ ਤਾਂ ਸਾਡੀ ਇਮਾਨਦਾਰੀ ਹੈ ਕਿ ਅਸੀਂ ਕਿਹੋ ਜਿਹਾ ਵਰਤਾਓ ਕਰਦੇ ਹਾਂ। ਇਸ ਵਾਸਤੇ ਸਤਿਗੁਰੂ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ, ਜਦੋਂ ਅਸੀਂ ਵਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵਿੱਚ ਸੱਚੇ ਕੂੜ ਨਾ ਗੱਡਈ, ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ। ਇੱਕ ਹੋਰ ਮਨੁੱਖ ਦੇ ਮਨ ਦੀ ਅਵਸਥਾ ਹੈ, ਉਹ ਇਹ ਵੀ ਉਹ ਦੋ ਚੀਜ਼ਾਂ ਨੂੰ ਇਕੱਠਿਆਂ ਰੱਖਣਾ ਚਾਹੁੰਦਾ। ਉਹ ਚਾਹੁੰਦਾ ਗੁਰੂ ਵਾਲੀ ਵੀ ਰਹਿ ਜਾਏ ਤੇ ਮੈਨੂੰ ਵੀ ਕੁਝ ਨਾ ਛੱਡਣਾ ਪਵੇ, ਉਹ ਵੀ ਕੁਝ ਤਿਆਗਣਾ ਨਾ ਪਵੇ। ਇਹ ਬਹੁਤ ਵੱਡੀ ਭਾਰੀ ਮਨੁੱਖ ਦੇ ਅੰਦਰ ਸੁਭਾਅ ਦੀ ਗੱਲ ਹੈ ਵੀ ਉਹ ਗੁਰੂ ਵੱਲੋਂ ਵੀ ਸੱਚਾ ਹੋਣਾ ਚਾਹੁੰਦਾ ਹੈ ਤੇ ਉਹ ਵੀ ਨਹੀਂ ਛੱਡਣਾ ਚਾਹੁੰਦਾ ਜਿਸ ਨੂੰ ਛਡਾਉਣ ਦੀ ਗੁਰੂ ਗੱਲ ਕਰਦਾ ਹੈ। ਇਸ ਕਰਕੇ ਉਹ ਕਈ ਵਾਰ ਦੋਹਰਾ ਜੀਵਨ ਜੀਣ ਦੀ ਕੋਸ਼ਿਸ਼ ਕਰਦਾ ਹੈ ਵੀ ਆਹ ਪਾਸਾ ਵੀ ਮੈਂ ਰੱਖ ਲਵਾਂ, ਗੁਰੂ ਵਾਲੇ ਪਾਸੇ ਵੀ ਮੈਂ ਝੂਠਾ ਨਾ ਹੋਵਾਂ। ਇਹ ਦੋ ਗੱਲਾਂ ਇਕੱਠੀਆਂ ਹੀ ਤੁਰੀਆਂ ਜਾਣ ਤੇ ਠੀਕ ਹੋਵੇ, ਪਰ ਇਹ ਹੋ ਨਹੀਂ ਸਕਦਾ, ਕਿਉਂਕਿ ਬਾਣੀ ਕਹਿ ਰਹੀ ਵਿੱਚ ਸੱਚੇ ਕੂੜ ਨਾ ਗੱਡਈ। ਸੱਚ ਵਿੱਚ ਝੂਠ ਨੂੰ ਰਲਾਇਆ ਨਹੀਂ ਜਾ ਸਕਦਾ, ਦੋਵੇਂ ਇੱਕ ਦੂਜੇ ਦੇ ਵਿਰੋਧ ਵਿੱਚ ਨੇ। ਹਨੇਰਾ ਤੇ ਚਾਨਣ ਇਕੱਠੇ ਨਹੀਂ ਕੀਤੇ ਜਾ ਸਕਦੇ। ਮਨ ਵੇਖੋ ਕੋ ਨਿਰਜਾਸ। ਇਸੇ ਲਈ ਮਹਾਰਾਜ ਨੇ ਆਖਿਆ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਵੀ ਝੂਠਾ ਮਨ ਲੈ ਕੇ ਰੱਖਣ ਵਾਲੇ ਝੂਠ ਵਿੱਚ, ਫਰੇਬ ਵਿੱਚ ਜੁੜ ਜਾਂਦੇ ਨੇ। ਸਚਿਆਰੇ ਜਿਹੜੇ ਨੇ ਉਹ ਗੁਰੂ ਦੀ ਸੋਹਬਤ ਵਿੱਚ ਆ ਕੇ ਜੁੜਦੇ ਨੇ। ਇੰਨਾ ਹੀ ਅੰਤਰ ਹੈ। ਤੋ ਪੰਚਮ ਪਾਤਸ਼ਾਹ ਕਹਿੰਦੇ ਨੇ, ਉਸ ਮਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ, ਅੰਮ੍ਰਿਤ ਸਮਾਨ ਮਿੱਠੀ ਗੱਲ। ਇਹਨੂੰ ਸਾਕਤ ਦੀ ਅਵਸਥਾ ਵੀ ਬਾਣੀ ਨੇ ਕਿਹਾ, ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਰਧ ਨੈਨੋ ਡੀਠੀ। ਵੀ ਅੰਮ੍ਰਿਤ ਕੌੜਾ ਲੱਗਦਾ ਹੈ, ਉਹਦੇ ਵਿੱਚ ਬੰਦਾ ਊਣਤਾਈਆਂ ਕੱਢੇਗਾ, ਤੇ ਜਿਹੜਾ ਜ਼ਹਿਰ ਹੈ ਉਹ ਮਿੱਠਾ ਲੱਗਦਾ, ਉਸ ਵੱਲ ਭੱਜ ਭੱਜ ਕੇ ਜਾਏਗਾ। ਇੱਕ ਨੁਕਤੇ ਦੀ ਗੱਲ ਸਾਂਝੀ ਕਰਦਾ ਹਾਂ। ਇੱਕ ਜਗ੍ਹਾ ਤੇ ਜਦੋਂ ਖੰਡੇ ਕੀ ਪਾਉਲ ਦੀ ਗੱਲ ਚੱਲੀ, ਇੱਕ ਐਸੇ ਸੱਜਣ ਸਨ ਜਿਹੜੇ ਪੂਰਨ ਸਿੱਖੀ ਸਰੂਪ ਵਿੱਚ ਨਹੀਂ ਸਨ, ਜਿਹਨੂੰ ਆਪਾਂ ਸਾਬਤ ਸੂਰਤ ਕਹਿ ਦਿੰਦੇ ਹਾਂ। ਸਾਬਤ ਸੂਰਤ ਨਹੀਂ ਸਨ। ਉਹਨਾਂ ਨੇ ਸਾਰੀ ਗੱਲ ਸੁਣਨ ਤੋਂ ਕਰਨ ਤੋਂ ਬਾਅਦ ਜਦੋਂ ਦੀਵਾਨ ਦੀ ਸਮਾਪਤੀ ਹੋਈ, ਇੱਕ ਗੱਲ ਉਹਨਾਂ ਨੇ ਗੱਲ ਪਤਾ ਤੰਦ ਕਿੱਥੋਂ ਆਪਾਂ ਸਾਰੇ ਹੀ ਛੇੜਦੇ, ਇਕੱਲੀ ਉਹਨਾਂ ਦੀ ਮੁਸ਼ਕਲ ਨਹੀਂ। ਕਹਿਣ ਲੱਗੇ, ਜੀ ਫਲਾਨਾ ਬੰਦਾ ਅੰਮ੍ਰਿਤ ਛਕ ਕੇ ਸ਼ਰਾਬ ਪੀਂਦਾ, ਫਲਾਨੇ ਲੋਕ ਜਿਹੜੇ ਨੇ ਉਹ ਅੰਮ੍ਰਿਤ ਛਕ ਕੇ ਆ ਕਰਦੇ ਨੇ, ਫਲਾਨੇ ਬੰਦੇ ਜਿਹੜੇ ਗੁਰਦੁਆਰੇ ਜਾਂਦੇ ਨੇ ਐਵੇਂ ਕਰਦੇ ਨੇ, ਫਲਾਨੇ ਬੰਦੇ ਜਿਹੜੇ ਬਾਣੀ ਪੜ੍ਹਦੇ ਵੇਖੇ ਮੈਂ ਉਹ ਐਵੇਂ ਕਰਦੇ ਨੇ। ਹੁਣ ਜਦੋਂ ਉਹ ਗੱਲ ਕਰ ਰਹੇ ਸਨ, ਬੜਾ ਅਜੀਬ ਜਿਹਾ ਮਾਹੌਲ, ਜਿਹੜੇ 7-8 ਪ੍ਰੇਮੀ ਸੱਜਣ ਬੈਠੇ ਸਨ, ਸਤ ਸੰਗੀ, ਬੜਾ ਅਜੀਬ ਜਿਹਾ ਮਾਹੌਲ ਉਹਨਾਂ ਨੇ ਬਣਾ ਲਿਆ, ਕਿਉਂਕਿ ਗੱਲ ਸਾਰੀ ਹੋ ਰਹੀ ਸੀ ਗੁਰੂ ਦੇ ਸ਼ਬਦ ਦੀ, ਸਿੱਖ ਰਹੁ ਰੀਤ ਦੀ, ਸਿੱਖ ਮਰਿਆਦਾ ਦੀ। ਪਰ ਅਚਾਨਕ ਬਿਲਕੁਲ ਉਸ ਤੋਂ ਉਲਟ ਇੱਕ ਉਲਾਂਭਿਆਂ ਵਾਲੀ ਕਥਾ ਕਹਾਣੀ ਸ਼ੁਰੂ ਹੋ ਗਈ। ਹੁਣ ਉਹ ਸੱਜਣ ਜਿਹੜੇ ਸਨ ਆਪਣੀ ਪ੍ਰੋਟੈਕਸ਼ਨ ਵਿੱਚ ਹੀ ਇੰਨੀਆਂ ਦਲੀਲਾਂ ਦੇਈ ਜਾ ਰਹੇ ਸਨ, ਆਪਣੇ ਬਚਾਅ ਵਿੱਚ ਹੀ। ਹਾਲਾਂਕਿ ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਸੀ ਜ਼ਬਰਦਸਤੀ ਵੀ ਤੁਸੀਂ ਆਹ ਕਰੋ ਆਹ ਕਰੋ। ਗੱਲ ਤਾਂ ਇੱਕ ਨੋਰਮਲ ਜੋ ਗੁਰਮਤਿ ਦੀਵਾਨ ਵਿੱਚ ਹੁੰਦੀ ਹੈ, ਪਰ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਵੇਖੋ, ਜਿਹੜੇ ਆਹ ਬੰਦੇ ਨੇ ਜਿਨ੍ਹਾਂ ਗੱਲਾਂ ਨੂੰ ਮੰਨਣ ਵਾਸਤੇ ਤੁਸੀਂ ਗੁਰਮਤਿ ਵਿਚਾਰ ਵਿੱਚ ਜ਼ੋਰ ਦਿੱਤਾ ਹੈ, ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਦਾ ਜੀਵਨ ਤਾਂ ਆਪਣਾ ਇਹੋ ਜਿਹਾ ਖਰਾਬ ਹੋਇਆ ਪਿਆ। ਇਹਦਾ ਮਤਲਬ ਹੈ ਤੁਹਾਡੀ ਇਹ ਥਿਊਰੀ ਫੇਲ ਹੈ। ਕਹਿਣ ਦਾ ਭਾਵ ਇਹ ਸੀ ਵੀ ਇਹ ਥਿਊਰੀ ਫੇਲ ਹੈ ਪੂਰੀ ਤਰ੍ਹਾਂ। ਇਹੋ ਜਿਹਾ ਸੁਭਾਅ ਅਸੀਂ ਕਈ ਵਾਰ ਰੱਖਦੇ ਹਾਂ। ਜੇ ਮੈਂ ਮੰਦੇ ਮਨ ਵਾਲਾ ਤੇ ਮੈਂ ਉਦਾਹਰਣ ਕਿਹੜੀ ਚੁਣਾਂਗਾ? ਉਹੀ ਚੁਣਾਂਗਾ ਵੀ ਜਿਹੜੀ ਗੱਲ ਮੈਨੂੰ ਮਨਾਉਣੀ ਨਾ ਪਵੇ, ਮੰਨਣੀ ਨਾ ਪਵੇ। ਕੋਈ ਐਸੀ ਚੀਜ਼ ਲੱਭੋ ਇਸ ਚੀਜ਼ ਵਿੱਚੋਂ ਜਿਹਦੀ ਉਦਾਹਰਣ ਦਿੱਤੀ ਜਾ ਸਕੇ। ਮੈਂ ਗੁਰਦੁਆਰੇ ਕਿਉਂ ਨਹੀਂ ਜਾਂਦਾ? ਕਿਉਂਕਿ ਜੀ ਉਹ ਤੇ
ਕੁਝ ਬੰਦਿਆਂ ਨੇ ਮੇਰੇ ਨਾਲ ਚੰਗਾ ਬਿਹੇਵ ਨਹੀਂ ਕੀਤਾ। ਜੇ ਘਰ ਵਿੱਚ ਕੋਈ ਇਸ ਤਰ੍ਹਾਂ ਕਰੇ, ਘਰ ਛੱਡ ਦਿਓਗੇ? ਅਸੀਂ ਐਗਜ਼ਾਮਪਲ ਲੱਭਦੇ ਹਾਂ ਆਪਣੇ ਹੱਕ ਵਿੱਚ ਭੁਗਤਾਉਣ ਵਾਸਤੇ, ਤਾਂ ਕਿ ਅਸੀਂ ਸੱਚੇ ਸਾਬਤ ਹੋਈਏ। ਤਾਂ ਮਸਲੇ ਦਾ ਹੱਲ ਨਾ ਹੋਇਆ, ਇਹ ਤਾਂ ਮਸਲੇ ਦਾ ਹੱਲ ਨਹੀਂ। ਮੈਂ ਉਸ ਸੱਜਣ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਕੋਈ ਐਸੇ ਵੀ ਹੋਣਗੇ ਜਿਹੜੇ ਅੰਮ੍ਰਿਤ ਛਕ ਕੇ ਜਿਨ੍ਹਾਂ ਸ਼ਰਾਬ ਨਹੀਂ ਪੀਤੀ, ਤੁਸੀਂ ਉਹ ਨਹੀਂ ਵੇਖੇ ਕਦੀ? ਐਸੇ ਵੀ ਹੋਣਗੇ ਜਿਹੜੇ ਬਾਣੀ ਪੜ੍ਹਦੇ ਨੇ ਬੜੇ ਪਿਆਰ ਸਹਿਤ ਔਰ ਚੰਗੇ ਕੰਮ ਕਰਨ ਦੀ ਕੋਸ਼ਿਸ਼ ਵਿੱਚ ਨੇ, ਕਦੇ ਉਹ ਨਹੀਂ ਦਿਸੇ ਤੁਹਾਨੂੰ? ਤੁਸੀਂ ਐਸੇ ਮਨੁੱਖ ਨਹੀਂ ਕਦੇ ਵੇਖੇ ਜਿਹੜੇ ਗੁਰਦੁਆਰੇ ਜਾਂਦੇ ਹੋਣ, ਸੇਵਾ ਕਰਦੇ ਹੋਣ, ਮਿੱਠਾ ਵੀ ਬੋਲਦੇ ਹੋਣ, ਚੰਗਾ ਕੰਮ ਵੀ ਕਰਦੇ ਨੇ? ਕਦੇ ਐਸਾ ਬੰਦਾ ਨਹੀਂ ਦਿਸਿਆ ਤੁਹਾਨੂੰ? ਐਸੇ ਵੀ ਤੇ ਹੋਣਗੇ ਨਾ ਲੋਕ, ਪਰ ਅਸੀਂ ਉਹਨਾਂ ਵੱਲ ਵੇਖ ਕੇ ਵੀ ਅਣਡਿੱਠ ਕਰਦੇ ਹਾਂ। ਅਸੀਂ ਕਿਹੜੇ ਬੰਦੇ ਵੇਖਦੇ ਹਾਂ? ਜਿਹੜੇ ਚੱਲ ਹੀ ਗਲਤ ਰਹੇ ਨੇ। ਉਹਨਾਂ ਵੱਲ ਵੇਖ ਕੇ ਅਸੀਂ ਆਪਣੇ ਮਨ ਅੰਦਰ ਇੱਕ ਪੂਰਾ ਕੇਸ, ਇੱਕ ਡਾਟਾ ਤਿਆਰ ਕਰ ਲੈਨੇ ਆ ਕਿ ਕੱਲ ਨੂੰ ਜਦੋਂ ਸਾਨੂੰ ਕੋਈ ਆਖੇ ਨਾ ਵੀ ਤੁਸੀਂ ਬਾਣੀ ਨਹੀਂ ਪੜ੍ਹਦੇ, ਆਪਾਂ ਇਹਦੀ ਉਦਾਹਰਨ ਦੇ ਦਿਆਂਗੇ ਵੀ ਇਹਨੇ ਪੜ੍ਹ ਕੇ ਕੀ ਕਰ ਲਿਆ। ਜੇ ਕੋਈ ਸਾਨੂੰ ਆਖੇਗਾ ਨਾ ਤੁਸੀਂ ਆਹ ਚੰਗਾ ਕੰਮ ਨਹੀਂ ਕਰਦੇ, ਅਸੀਂ ਉਸ ਵਿਗੜੇ ਬੰਦੇ ਦੀ ਉਦਾਹਰਨ ਦੇ ਦਿਆਂਗੇ, ਇਹਨੇ ਇਹ ਕਰਕੇ ਕੀ ਕਰ ਲਿਆ। ਚੰਗੇ ਦੀ ਕੋਈ ਉਦਾਹਰਨ ਨਹੀਂ ਦੇਵੇਗਾ। ਜਿਸ ਨੇ ਅੰਮ੍ਰਿਤ ਬਖਸ਼ਿਆ, ਮੈਂ ਕਿਹਾ ਜੀ ਤੁਸੀਂ ਅੰਮ੍ਰਿਤ ਉਸ ਬੰਦੇ ਦਾ ਛਕਣਾ ਹੈ ਕਿ ਗੁਰੂ ਸਾਹਿਬ ਦਾ ਛਕਣਾ ਹੈ? ਤੁਸੀਂ ਬਾਣੀ ਉਸ ਬੰਦੇ ਦੀ ਪੜ੍ਹਨੀ ਹੈ ਕਿ ਗੁਰੂ ਦੀ ਪੜ੍ਹਨੀ ਹੈ? ਪਹਿਲਾਂ ਇਹ ਤੇ ਨਿਰਣਾ ਕਰੋ ਵੀ ਤੁਸੀਂ ਆਪਣਾ ਆਈਡੀਅਲ ਕਿਹਨੂੰ ਬਣਾ ਕੇ ਰੱਖਿਆ ਹੈ। ਤੁਹਾਡੀ ਮੰਜ਼ਿਲ ਕੀ ਗੁਰੂ ਵਿੱਚ ਭੇਦ ਹੋਣਾ ਕਿ ਇਸ ਬੰਦੇ ਵਰਗੇ ਬਣਨਾ? ਤੁਸੀਂ ਆਪਣਾ ਆਪ ਤਾਂ ਪਹਿਲਾਂ ਫੈਸਲਾ ਕਰੋ। ਔਰ ਅਸੀਂ ਸਾਰੇ ਹੀ ਐਵੇਂ ਕਰਦੇ ਹਾਂ ਕਿਸੇ ਨਾ ਕਿਸੇ ਰੂਪ ਵਿੱਚ। ਜਿਹੜੇ ਰਾਹ ਤੇ ਅਸੀਂ ਤੁਰਨਾ ਨਾ ਚਾਹੀਏ, ਉਸ ਰਸਤੇ ਦੀਆਂ ਅਸੀਂ ਸੈਂਕੜੇ ਹੀ ਗਲਤ ਉਦਾਹਰਨਾਂ ਇਕੱਠੀਆਂ ਕਰ ਲੈਂਦੇ ਹਾਂ, ਪਰ ਉਸ ਰਾਹ ਦੇ ਉੱਤੇ ਜਿਹੜੀਆਂ ਚੰਗੀਆਂ ਉਦਾਹਰਨਾਂ ਹੁੰਦੀਆਂ ਨੇ ਉਹਨਾਂ ਨੂੰ ਜਾਣ ਕੇ ਅੱਖੋਂ ਪਰੋਖੇ ਕਰ ਦਿੰਦੇ ਹਾਂ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੇ ਆਖਿਆ ਵੀ ਹਰ ਵੇਲੇ ਇਹ ਔਗਣਾ ਵਿੱਚ ਹੀ ਬਿਰਤੀ ਜੋੜ ਕੇ ਰੱਖਦਾ। ਹਰ ਵੇਲੇ ਇਸ ਨੂੰ ਕਹਿੰਦੇ ਨਾ, ਬਹੁਤ ਸੋਹਣਾ ਪੱਕਾ ਮਹਿਲ ਹੋਵੇ, ਉਹਦੇ ਵਿੱਚ ਵੀ ਇੰਨਾ ਕੁ ਸੁਰਾਖ ਤਾਂ ਹੁੰਦਾ ਹੀ ਹੈ ਵੀ ਕੀੜੀਆਂ ਆਪਣੇ ਨਿਕਲਣ ਲਈ ਜਗ੍ਹਾ ਬਣਾ ਲੈਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਬਿਰਤੀ ਨੂੰ ਪਲਟ ਦੇਣ ਵਾਸਤੇ ਫਰਮਾਉਂਦੇ ਨੇ ਵੀ ਸਾਂਝ ਕਰੀਜੈ ਗੁਨਾਹ ਕੇਰੀ, ਛੋੜ ਅਵਗੁਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ, ਜਿੱਥੈ ਜਾਏ ਬਹੀਐ, ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸੁਲਾ, ਕੱਢ ਵਾਸ ਲਈਜੈ। ਇੱਕ ਹੋਰ ਬਿਨੈ ਹੈ, ਬੁਰਾਈ ਨੂੰ ਖੰਡਨ ਕਰਨਾ ਬੜਾ ਜ਼ਰੂਰੀ ਹੁੰਦਾ। ਕਿਤੇ ਗਲਤ ਹੋ ਰਿਹਾ ਉਸ ਨੂੰ ਜ਼ਰੂਰ ਦੱਸਣਾ, ਤਾਂ ਕਿ ਅਸੀਂ ਸਾਰੇ ਉਹ ਤੋਂ ਸੁਚੇਤ ਹੋਈਏ। ਪਰ ਜੋ ਮੇਰਾ ਆਪਣਾ ਮਨ ਕਹਿੰਦਾ ਹੈ, ਸਤਿਗੁਰੂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ 'ਚ ਜਿੱਥੇ ਕਿਸੇ ਗਲਤ ਚੀਜ਼ ਦਾ, ਗਲਤ ਵਿਹਾਰ ਦਾ, ਕਰਮ ਕਾਂਡ ਦਾ, ਮਨ ਮਤ ਦਾ, ਅਧਰਮ ਦਾ, ਪਾਪ ਦਾ ਖੰਡਨ ਆਇਆ ਨਾ, ਨਾਲ ਕਿਸੇ ਚੀਜ਼ ਦਾ ਮੰਡਨ ਵੀ ਆਇਆ। ਕਿਸੇ ਗੱਲ ਨੂੰ ਗੁਰੂ ਪਾਤਸ਼ਾਹ ਨੇ ਕਵਰ ਵੀ ਕੀਤਾ ਨਾਲ ਵੀ ਆਹ ਕਰਨ ਨਾਲ ਸਾਰਾ ਕੁਝ ਠੀਕ ਹੋ ਸਕਦਾ ਹੈ, ਆਹ ਕੁਝ ਕਰਨ ਨਾਲ ਸਾਰਾ ਠੀਕ ਹੋ ਸਕਦਾ ਹੈ। ਹੁਣ ਜੇ ਮੈਂ 24 ਘੰਟੇ ਉਸ ਬੁਰੀ ਗੱਲ ਉੱਤੇ ਹੀ ਜ਼ਿਰਾ ਕਰੀ ਜਾਵਾਂ ਵੀ ਆਹ ਵੀ ਗਲਤ ਹੈ, ਆਹ ਗਲਤ ਹੋ ਰਿਹਾ, ਇਹ ਠੀਕ ਨਹੀਂ ਹੋ ਰਿਹਾ, ਇਹ ਸਾਰਾ ਕੁਝ, ਇਹ ਗੱਲ ਮੈਨੂੰ ਵੱਧ ਤੋਂ ਵੱਧ ਸੁਚੇਤ ਵੀ ਕਰੇਗੀ, ਤੇ ਸੁਚੇਤ ਕਰਨ ਦੇ ਨਾਲ ਜਿਹੜਾ ਇੱਕ ਹੋਰ ਭੈੜਾ ਇਫੈਕਟ ਮੇਰੇ ਤੇ ਛੱਡੇਗੀ। ਉਹ ਕੀ? ਵੀ ਮੈਂ ਉਦਾਸ ਹੋ ਜਾਵਾਂਗਾ ਵੀ ਇੱਥੇ ਹੈ ਹੀ ਸਹੀ ਕੱਖ ਨਹੀਂ। ਪਰ ਸਵਾਲ ਹੈ ਵੀ ਕਿਸੇ ਬੁਰਾਈ ਨਾਲ ਦਾ ਰੋਣਾ ਪਿੱਟਣਾ ਕਰਨ ਨਾਲ ਤਾਂ ਉਹ ਠੀਕ ਨਹੀਂ ਹੋਣ ਲੱਗੀ। ਉਹਦੇ ਲਈ ਕੋਈ ਤੇ ਉਦਮ ਕਰਨਾ ਹੀ ਪਏਗਾ। ਉਹ ਉਦਮ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੱਸਿਆ, ਉਹ ਕਿੰਨੇ % ਅਪਲਾਈ ਹੋਇਆ? ਉਹਦੀ ਤਾਂ ਗੱਲ ਹੀ ਨਹੀਂ ਚੱਲੀ। ਉਹ ਚੀਜ਼ ਸਿਰਜਣ ਵਾਸਤੇ ਅਸੀਂ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਬੁਰੇ ਨੂੰ ਬੁਰਾ ਕਹਿ ਲੈਣਾ ਕੁਝ ਹੱਦ ਤੱਕ ਸੌਖਾ ਹੁੰਦਾ ਹੈ, ਪਰ ਉਹ ਜਿਹੜੀ ਚੰਗੀ ਚੀਜ਼ ਹੈ ਨਾ, ਬੁਰਾਈ ਦੇ ਖਿਲਾਫ, ਉਹਨੂੰ ਸਿਰਜਣ ਵਾਸਤੇ ਜਾਨ ਲੱਗਦੀ ਹੈ, ਤਾਕਤ ਲੱਗਦੀ ਹੈ, ਕੋਸ਼ਿਸ਼ ਲੱਗਦੀ ਹੈ। ਇਸ ਵਾਸਤੇ ਉਸ ਪਾਸੇ ਅਸੀਂ ਬਹੁਤ ਘੱਟ ਆਉਂਦੇ ਹਾਂ। ਮੇਰੇ ਵਰਗੇ ਸੈਂਕੜੇ ਇਨਸਾਨ ਨੇ ਜਿਹੜੇ ਬੁਰਾਈ ਨੂੰ ਬੁਰਾਈ ਕਹਿ ਕੇ ਹੀ ਆਪਣੇ ਆਪ ਨੂੰ ਚੰਗਿਆ ਸਾਬਤ ਕਰ ਜਾਂਦੇ ਨੇ ਵੀ ਮੈਂ ਠੀਕ ਹਾਂ, ਵੇਖਿਆ ਸਭ ਗਲਤ ਹੋ ਰਿਹਾ। ਪਰ ਜੋ ਚੰਗੀ ਚੀਜ਼ ਹੈ
ਉਹਨੂੰ ਤਾਂ ਡਿਵੈਲਪ ਕੀਤਾ ਹੀ ਨਹੀਂ, ਉਸ ਨੂੰ ਤੇ ਕਮਾਇਆ ਹੀ ਨਹੀਂ, ਉਹਦੀ ਤਾਂ ਕੋਈ ਉਦਾਹਰਣ ਸਾਹਮਣੇ ਰੱਖੀ ਹੀ ਨਹੀਂ। ਜਿਸ ਵਾਸਤੇ ਤੁਸੀਂ ਵੇਖਣਾ ਵੱਡੇ ਚੋਰ ਨੂੰ ਛੋਟਾ ਚੋਰ ਗਾਲ ਕੱਢ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਕਿਹੜਾ ਵੱਡਾ ਚੋਰ ਹਾਂ, ਮੈਂ ਕਿਹੜਾ ਵੱਡਾ ਚੋਰ ਹਾਂ। ਪਰ ਉਹ ਇਹ ਭੁੱਲ ਜਾਂਦਾ ਵੀ ਅਜੇ ਤੇਰੇ ਕੋਲ ਤਾਕਤ ਹੀ ਇੰਨੀ ਕੁ ਹੈ, ਜਦੋਂ ਉਹਦੇ ਜਿੰਨੀ ਤਾਕਤ ਆ ਗਈ ਨਾ ਘੱਟ ਤੂੰ ਵੀ ਨਹੀਂ ਕਰੇਗਾ। ਜਿੰਨੇ ਮੈਨੂੰ ਲੋਕ ਜਾਣਦੇ ਨੇ ਉਹਨਾਂ ਜਾਣਨ ਵਾਲੇ ਜੇ 10 20 15 ਬੰਦਿਆਂ ਨਾਲ ਮੈਂ ਪਹਿਲਾਂ ਹੀ ਠੱਗੀ ਮਾਰ ਚੁੱਕਿਆ। ਜੇ ਅੰਦਾਜ਼ਾ ਲਾਓ ਮੇਰੇ ਕੋਲ ਵੱਡੇ ਠੱਗਾਂ ਜਿੰਨੀ ਤਾਕਤ ਹੋਵੇ ਤਾਂ ਜਿਹੜੇ ਬੰਦੇ ਲੱਖਾਂ ਨੂੰ ਠੱਗਦੇ ਨੇ ਮੈਂ ਵੀ ਲੱਖਾਂ ਨੂੰ ਹੀ ਠੱਗਾਂ। ਅਜੇ ਮੇਰੀ ਤਾਕਤ ਹੀ ਇੰਨੀ ਕਿ ਮੈਂ 20 ਤੱਕ ਹੀ ਠੱਗੀ ਮਾਰ ਸਕਦਾ, ਕਿਉਂਕਿ ਵੱਡਾ ਠੱਗ ਨਜ਼ਰ ਆ ਰਿਹਾ, ਛੋਟਾ ਨਹੀਂ ਆ ਰਿਹਾ। ਹੈ ਉਹ ਵੀ ਠੱਗ, ਬਿਰਤੀ ਉਹਦੀ ਵੀ ਉਹੋ ਜਿਹੀ ਹੈ, ਪਰ ਜੇ ਉਹਨੂੰ ਤਾਕਤ ਮਿਲ ਜਾਏ ਨਾ ਤੇ ਉਹ ਵੀ ਉਹ ਕੁਝ ਹੀ ਕਰੇ ਜੋ ਵੱਡੀ ਜਗ੍ਹਾ ਦੇ ਉੱਤੇ ਬੈਠਾ ਬੰਦਾ ਕਰ ਰਿਹਾ, ਕਿਉਂਕਿ ਉਹਦੀ ਅੰਦਰ ਦੀ ਬਣਾਵਟ ਨਹੀਂ ਬਦਲੀ, ਬਣਤਰ ਨਹੀਂ ਬਦਲੀ, ਬਿਰਤੀ ਉਹੋ ਹੀ ਹੈ। ਜਿੰਨਾ ਚਿਰ ਬਿਰਤੀ ਨਹੀਂ ਬਦਲੇਗੀ ਉਹਨਾਂ ਚਿਰ ਸਿਸਟਮ ਨਹੀਂ ਬਦਲੇਗਾ। ਸਿਸਟਮ ਨੂੰ ਬਦਲਣ ਵਾਸਤੇ ਬਿਰਤੀ ਬਦਲਣੀ ਪਏਗੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇੱਕ ਉਦਾਹਰਣ ਆਉਂਦੀ ਹੈ। ਉਹਨਾਂ ਨੇ ਜਿਸ ਵੇਲੇ ਫੌਜ ਤਿਆਰ ਕੀਤੀ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ 1606 ਈਸਵੀ 'ਚ ਉਹਨਾਂ ਦੀ ਸ਼ਹੀਦੀ ਹੋਈ। ਸਤਿਗੁਰੂ ਨੇ ਫਿਰ ਆਪਣੀ ਫੌਜ ਇਕੱਠੀ ਕੀਤੀ, ਫੌਜ ਨੂੰ ਬਣਾਇਆ, ਉਹਨਾਂ ਨੂੰ ਜੰਗੀ ਅਭਿਆਸ ਕਰਵਾਏ। ਹਜ਼ੂਰ ਮਹਾਰਾਜ ਦਾ ਇੱਕ ਉਹਨਾਂ ਨੇ ਪ੍ਰਬੰਧ, ਇੱਕ ਮਰਿਆਦਾ ਬਣਾਈ ਸੀ ਵੀ ਕਿਸੇ ਵੀ ਬਾਹਰੋਂ ਆਏ ਵਿਅਕਤੀ ਨੂੰ ਜਿਹੜਾ ਤਲਵਾਰ ਦਾ ਧਨੀ ਹੋਵੇ, ਤਾਕਤ ਰੱਖਦਾ ਹੋਵੇ, ਉਹਦਾ ਪਿਛੋਕੜ ਜਾਣੇ ਬਿਨਾਂ ਤੇ ਉਸ ਬੰਦੇ ਦੀ ਆਦਤ ਜਾਣੇ ਬਿਨਾਂ ਉਸ ਨੂੰ ਆਪਣੀ ਫੌਜ ਵਿੱਚ ਭਰਤੀ ਨਹੀਂ ਸਨ ਕਰਦੇ। ਕਿਉਂਕਿ ਗੁਰੂ ਪਾਤਸ਼ਾਹ ਜੀ ਕਿਸੇ ਜਗ੍ਹਾ ਦੀਆਂ ਮੱਲਾਂ ਮਾਰਨ ਵਾਸਤੇ ਫੌਜ ਨਹੀਂ ਸਨ ਬਣਾ ਰਹੇ। ਉਹਨਾਂ ਦੇ ਪਿੱਛੇ ਇੱਕ ਆਦਰਸ਼ ਖੜਾ ਸੀ, ਜ਼ੁਲਮ ਦਾ ਖਾਤਮਾ ਕਰਨਾ, ਜ਼ੁਲਮ ਨਾਲ ਟੱਕਰ ਲੈਣੀ, ਇਹ ਆਦਰਸ਼ ਹੈ। ਉਹ ਜਾਣਦੇ ਸਨ ਵੀ ਜੇ ਲੜਨ ਵਾਲੇ ਸਿਪਾਹੀ ਨੂੰ ਆਪਣਾ ਆਦਰਸ਼ ਹੀ ਯਾਦ ਨਹੀਂ ਤੇ ਇਹ ਵੀ ਉਹ ਕੁਝ ਹੀ ਕਰੇਗਾ ਜੋ ਪਹਿਲੇ ਕਰ ਰਹੇ ਨੇ, ਜੋ ਲੋਟਕ ਸੋਟ ਉਹ ਕਰ ਰਹੇ ਨੇ, ਬੇਈਮਾਨੀ ਉਹ ਕਰ ਰਹੇ ਨੇ, ਗਰੀਬਾਂ ਤੇ ਜ਼ੁਲਮ ਉਹ ਕਰ ਰਹੇ ਨੇ। ਜੇ ਉਹ ਕੁਝ ਹੀ ਇਹ ਕਰਨ ਲੱਗ ਪਏ ਫਿਰ ਫਰਕ ਕੀ ਰਹਿ ਗਿਆ। ਸਤਿਗੁਰੂ ਮਹਾਰਾਜ ਨੇ ਆਪਣੀ ਸਮੁੱਚੀ ਫੌਜ ਨੂੰ ਜਿਹੜੇ ਐਲਾਨੀਆਂ ਹੁਕਮ ਕੀਤੇ ਸਨ, ਇਤਿਹਾਸ ਕਹਿੰਦਾ ਉਸ ਵਿੱਚ ਹਜ਼ੂਰ ਨੇ ਆਖਿਆ ਵੀ ਤੁਸੀਂ ਸਾਰੇ ਸਿਪਾਹ ਸਲਾਰ ਯੋਧੇ ਹੋ, ਇੱਕ ਗੱਲ ਦਾ ਖਾਸ ਖਿਆਲ ਰੱਖਣਾ, ਇਸ ਨੂੰ ਅਸੂਲ ਬਣਾ ਲੈਣਾ ਜ਼ਿੰਦਗੀ ਦਾ ਵੀ 7 ਲੋਕਾਂ ਤੇ ਤੁਹਾਡੀ ਤਲਵਾਰ ਨਹੀਂ ਚੱਲਣੀ ਚਾਹੀਦੀ। ਬੱਚੇ ਉੱਤੇ, ਔਰਤ ਉੱਤੇ, ਬਜ਼ੁਰਗ ਉੱਤੇ, ਬਿਮਾਰ ਦੇ ਉੱਤੇ, ਜ਼ਖਮੀ ਹੋਏ ਦੇ ਉੱਤੇ, ਮੈਦਾਨ ਛੱਡ ਕੇ ਭੱਜ ਗਏ ਬੰਦੇ ਦੇ ਉੱਤੇ, ਤੇ ਜਿਹੜਾ ਸ਼ਰਨ ਆ ਗਿਆ, ਜਿਸ ਨੇ ਆਪਣੀ ਭੁੱਲ ਮੰਨ ਲਈ, ਉਸ ਉੱਤੇ। ਹੁਣ ਇਹ ਬੜੀ ਹੈਰਾਨੀ ਦੀ ਗੱਲ ਸੀ ਕਿ ਤਲਵਾਰ ਵੀ ਹੱਥ 'ਚ ਦੇਣੀ ਤੇ ਇੰਨੀਆਂ ਪਾਬੰਦੀਆਂ ਆਇਦ ਕਰ ਦੇਣੀਆਂ ਵੀ ਤਲਵਾਰ ਦਿਮਾਗ ਤੋਂ ਤੇਜ਼ ਨਾ ਚੱਲ ਸਕੇ, ਵਿਵੇਕ ਬੁੱਧ ਜ਼ਿਆਦਾ ਤੇਜ਼ ਚੱਲੇ ਤਲਵਾਰ ਨਾਲੋਂ। ਇਹ ਬੜਾ ਗੰਭੀਰ ਨੁਕਤਾ ਸੀ। ਪ੍ਰਸ਼ਨ ਉੱਠੇ, ਮਹਾਰਾਜ ਇੰਨੀਆਂ ਪਾਬੰਦੀਆਂ ਦਾ ਮਤਲਬ ਕੀ ਹੈ? ਜਿਹੜੀ ਧਿਰ ਆਪਣੇ ਯੋਧਿਆਂ ਉੱਤੇ, ਲੜਾਕਿਆਂ ਉੱਤੇ ਇੰਨੀਆਂ ਪਾਬੰਦੀਆਂ ਲਾਏਗੀ, ਉਹ ਤਾਂ ਲੜਾਕਿਆਂ ਨੂੰ ਪ੍ਰੈਸ਼ਰਾਈਜ਼ ਕਰ ਦੇਵੇਗੀ। ਇੱਕ ਮਾਨਸਿਕ ਦਬਾਅ ਉਹਨਾਂ ਦੇ ਉੱਤੇ ਪੈ ਜਾਂਦਾ ਵੀ ਖੋਰੇ ਮੈਂ ਕੀ ਕਰਨਾ ਕੀ ਨਹੀਂ ਕਰਨਾ। ਹਜ਼ੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਗਿਆ ਸੀ। ਹਜ਼ੂਰ ਕਹਿਣ ਲੱਗੇ ਇਹ ਤਲਵਾਰ ਤੁਹਾਨੂੰ ਜ਼ੁਲਮ ਕਰਨ ਲਈ ਨਹੀਂ, ਜ਼ੁਲਮ ਰੋਕਣ ਵਾਸਤੇ ਦਿੱਤੀ ਹੈ। ਤੇ ਜ਼ੁਲਮ ਰੋਕਣਾ ਇੱਕ ਬਹੁਤ ਸ਼ੁੱਧ ਤੇ ਪਵਿੱਤਰ ਮਕਸਦ ਹੈ। ਇਹੋ ਜਿਹੇ ਪਵਿੱਤਰ ਮਕਸਦ ਉਦੋਂ ਖਤਮ ਹੋ ਜਾਂਦੇ ਨੇ ਜਦੋਂ ਇਹੋ ਜਿਹੇ ਪਵਿੱਤਰ ਮਕਸਦ ਦਾ ਨਾਂ ਲੈ ਕੇ ਲੜਨ ਵਾਲਾ ਯੋਧਾ ਆਪਣੇ ਅੰਦਰ ਲੋਟਕ ਸੁੱਟ ਲਈ, ਜ਼ੁਲਮ ਕਰ ਲਈ, ਬੇਈਮਾਨੀ ਕਰ ਲਈ, ਭਾਵਨਾ ਪੈਦਾ ਕਰ ਲਵੇ, ਫਿਰ ਉਹਦੇ ਹੱਥ ਦੀ ਤਲਵਾਰ ਕਦੇ ਨਿਆਂ ਨਹੀਂ ਕਰ ਸਕਦੀ। ਉਹ ਜ਼ੁਲਮ ਕਰੇਗੀ, ਪਾਪ ਕਰੇਗੀ, ਅਤਿਆਚਾਰ ਕਰੇਗੀ। ਇਹ ਚੀਜ਼ਾਂ ਤੇ ਪਹਿਲਾਂ ਹੀ ਦੁਨੀਆ 'ਚ ਬਹੁਤ ਭਰੀਆਂ ਪਈਆਂ ਨੇ। ਮੈਂ ਨਹੀਂ ਚਾਹੁੰਦਾ ਵੀ ਗੁਰੂ ਦੇ ਨਾਮ ਦੇ ਉੱਤੇ ਜਿਹੜਾ ਇੱਕ ਚੰਗਾ ਆਦਰਸ਼ ਆਪਾਂ ਮਕਸਦ ਮਿਥ ਲਿਆ ਹੈ, ਉਸ ਪਵਿੱਤਰ ਮਕਸਦ ਦੇ ਨਾਮ ਦੇ ਉੱਤੇ ਕੋਈ ਬੰਦਾ ਲੋਟਕ ਸੁੱਟ ਕਰੇ, ਬੇਈਮਾਨੀ ਕਰੇ, ਧੱਕਾ ਕਰੇ। ਇਹ ਸਹਿਣ ਨਹੀਂ ਹੋਵੇਗਾ। ਮਸੰਦ ਪ੍ਰਥਾ ਕਲਗੀਧਰ ਮਹਾਰਾਜ ਨੇ ਇਸੇ ਕਰਕੇ ਹੀ ਬੰਦ ਕਰ ਦਿੱਤੀ।
ਸਤਿਗੁਰੂ ਕੋਲ ਸ਼ਿਕਾਇਤਾਂ ਪਹੁੰਚਦੀਆਂ ਸਨ। ਪੁਰਾਣੇ ਮਸੰਦ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਰੰਭ ਕੀਤੇ, ਉਹ ਸਮਾਂ ਪਾ ਕੇ 1 2 3 ਪੀੜ੍ਹੀਆਂ ਉਹ ਪੁਰਾਣੇ ਕੁਝ ਜ਼ਿਆਦਾ ਬਜ਼ੁਰਗ ਹੋ ਗਏ, ਕੁਝ ਦੁਨੀਆ ਤੋਂ ਚੱਲ ਵਸੇ, ਉਹਨਾਂ ਦੀ ਜਗ੍ਹਾ ਨਵੇਂ ਆਏ। ਫਿਰ ਜਿਹੜੀ ਜਗ੍ਹਾ ਦਾ ਮਾਣ ਸਨਮਾਨ ਜ਼ਿਆਦਾ ਹੋਵੇ ਨਾ, ਉਸ ਜਗ੍ਹਾ ਤੇ ਸ਼ਰਾਰਤੀ ਅਨਸਰ ਬੜੀ ਛੇਤੀ ਘੁਸਪੈਠ ਕਰ ਜਾਂਦੇ ਨੇ, ਬਹੁਤ ਛੇਤੀ। ਉਹ ਕੁਝ ਐਸੇ ਬੰਦੇ ਵੀ ਮਸੰਦ ਪ੍ਰਥਾ 'ਚ ਸ਼ਾਮਲ ਹੋਏ ਜਿਹੜੇ ਯੋਗ ਨਹੀਂ ਸਨ। ਸਤਿਗੁਰੂ ਕੋਲ ਸ਼ਿਕਾਇਤਾਂ ਆਉਂਦੀਆਂ, ਮਹਾਰਾਜ ਕੁਝ ਮਸੰਦ ਆਪਣੇ ਆਪ ਨੂੰ ਮੱਥੇ ਟਿਕਵਾਉਂਦੇ ਨੇ, ਜ਼ਬਰਦਸਤੀ ਭੇਟਾ ਕਰਾਉਂਦੇ ਨੇ, ਆਸ਼ੀਰਵਾਦ ਦੇਣ ਲੱਗ ਪਏ ਨੇ, ਉਹ ਆਪਣੀ ਪੂਜਾ ਪ੍ਰਤਿਸ਼ਠਾ ਦੇ ਚੱਕਰਾਂ 'ਚ ਲੋਕਾਂ ਨੂੰ ਡਰਾਉਂਦੇ ਨੇ, ਉਹ ਆਪਣੇ ਮਾਣ ਸਨਮਾਨ ਦਾ ਨਜਾਇਜ਼ ਫਾਇਦਾ ਚੁੱਕਦੇ ਨੇ। ਸਤਿਗੁਰੂ ਮਹਾਰਾਜ ਨੇ ਉਹ ਮਸੰਦ ਪ੍ਰਥਾ ਇਸੇ ਕਰਕੇ ਹੀ ਬੰਦ ਕਰ ਦਿੱਤੀ। ਹਜ਼ੂਰ ਨੇ ਆਖਿਆ ਇਸ ਪ੍ਰਥਾ ਦੀ ਜ਼ਰੂਰਤ ਹੀ ਕੋਈ ਨਹੀਂ, ਬੰਦ ਕਰ ਦਿਓ ਇਸ ਨੂੰ। ਜਿਹੜੇ ਸਤਿਕਾਰ ਲਾਇਕ ਸਨ, ਜਿਨ੍ਹਾਂ ਦੀ ਘਾਲਣਾ ਚੰਗੀ ਸੀ, ਉਹਨਾਂ ਨੂੰ ਸਨਮਾਨ ਵੀ ਦਿੱਤਾ। ਜਿਹੜੇ ਬਦਕਾਰ ਸਨ, ਬੁਰੇ ਸਨ, ਮੰਦੇ ਸਨ, ਉਹਨਾਂ ਕੋਲੋਂ ਸਭ ਪਦਵੀਆਂ ਖੋਹ ਕੇ ਉਹਨਾਂ ਨੂੰ ਭਜਾ ਵੀ ਦਿੱਤਾ ਕਿ ਇਹਨਾਂ ਦੀ ਲੋੜ ਕੋਈ ਨਹੀਂ। ਕਿਉਂ ਭਲਾ? ਕਿਉਂਕਿ ਇੱਕ ਜਗ੍ਹਾ ਦੀ ਪਵਿੱਤਰਤਾ ਬਣਾਈ ਗਈ ਹੈ ਬਹੁਤ ਮਿਹਨਤ ਨਾਲ, ਘਾਲਣਾ ਨਾਲ। ਉਹ ਇੱਕ ਬੜਾ ਚੰਗਾ ਆਦਰਸ਼, ਬੜਾ ਚੰਗਾ ਮਕਸਦ ਮਿੱਥ ਕੇ ਉਹ ਗੁਰਮੁਖ ਪਿਆਰੇ ਤੁਰੇ ਸਨ ਪੁਰਾਣੇ ਮਸੰਦ। ਇਹ ਜਿਹੜੇ ਗਲਤ ਬੰਦੇ ਵਿੱਚ ਇਹਨਾਂ ਦੀ ਜਗ੍ਹਾ ਤੇ, ਉਹਨਾਂ ਦੇ ਨਾਮ ਤੇ, ਉਸੇ ਪਦਵੀ ਤੇ ਬਹਿ ਕੇ ਜੋ ਗਲਤ ਕਾਰ ਵਿਹਾਰ ਕਰ ਰਹੇ ਨੇ, ਇਹ ਉਹਨਾਂ ਦੀ ਪੱਤ ਵੀ ਰੋਲਣਗੇ, ਇਹ ਪਵਿੱਤਰ ਮਕਸਦ ਨੂੰ ਵੀ ਖਤਮ ਕਰਨਗੇ, ਲੋਕਾਂ ਦੇ ਮਨਾਂ ਅੰਦਰ ਬੇਚੈਨੀ ਪੈਦਾ ਕਰਨਗੇ ਤੇ ਲੋਕਾਂ ਨੂੰ ਸਿੱਖੀ ਤੋਂ ਦੂਰ ਕਰਨਗੇ, ਉਹਨਾਂ ਨੂੰ ਜੋੜਨਗੇ ਨਹੀਂ, ਕਿਉਂਕਿ ਇਹਨਾਂ ਦਾ ਕਿਰਦਾਰ ਉਹੋ ਜਿਹਾ ਨਹੀਂ। ਇਸ ਕਰਕੇ ਉਹ ਪ੍ਰਥਾ ਹਜ਼ੂਰ ਨੇ ਬੰਦ ਕਰ ਦਿੱਤੀ, ਕਿਉਂਕਿ ਸਤਿਗੁਰੂ ਉਸ ਮਕਸਦ ਨੂੰ ਬਚਾਉਣਾ ਚਾਹੁੰਦੇ ਨੇ ਜਿਸ ਮਕਸਦ ਵਾਸਤੇ ਸਾਰਾ ਕੁਝ ਹੋ ਰਿਹਾ। ਤੇ ਜੇ ਨਾ ਉਸ ਮਕਸਦ ਦਾ ਲੈ ਕੇ, ਉਸ ਪਵਿੱਤਰ ਚੀਜ਼ ਦਾ ਲੈ ਕੇ ਕਰਮ ਸਾਰੇ ਹੀ ਗਲਤ ਕਰਨੇ ਨੇ, ਤੇ ਹਜ਼ੂਰ ਮਹਾਰਾਜ ਉਸ ਨੂੰ ਕਹਿੰਦੇ ਨਹੀਂ, ਇਹ ਤਾਂ ਦੋਗਲਾਪਨ ਹੈ, ਇਹ ਤਾਂ ਬੰਦੇ ਦੇ ਅੰਦਰ ਦਾ ਖੋਟ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਇਹਦਾ ਜ਼ਿਕਰ ਸ਼ੇਖ ਫਰੀਦ ਸਾਹਿਬ ਜੀ ਨੇ ਵੀ ਆਪਣੇ ਸ਼ਲੋਕਾਂ ਵਿੱਚ ਕੀਤਾ। ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼, ਗੁਨਾਹ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼, ਕੰਨ ਮੁਸੱਲਾ ਸੂਫ ਗੜ ਦਿਲ ਖਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਤੋ ਸਤਿਗੁਰੂ ਮਹਾਰਾਜ ਇਹ ਜ਼ਿਕਰ ਕਰਦੇ ਨੇ ਵੀ ਜੇ ਮਨ ਦਾ ਸੁਭਾਅ ਉਲਟਾ ਤੇ ਮਨ ਉਹੋ ਜਿਹੀ ਚੀਜ਼ ਹੀ ਇਕੱਠੀ ਕਰੇਗਾ, ਉਹੀ ਸਾਰਾ ਕੁਝ। ਤੋ ਸਤਿਗੁਰੂ ਜੀ ਜਿਸ ਵੀ ਮਾਰਗ ਉੱਤੇ ਸਿੱਖ ਨੂੰ ਤੋਰਨਾ ਚਾਹੁੰਦੇ ਸਨ, ਚਾਹੇ ਉਹਨਾਂ ਨੇ ਖਾਲਸਾ ਸਜਾਇਆ, ਚਾਹੇ ਉਹਨਾਂ ਫੌਜ ਬਣਾਈ, ਚਾਹੇ ਉਹਨਾਂ ਮਸੰਦ ਪੈਦਾ ਕੀਤੇ, ਚਾਹੇ ਉਹਨਾਂ ਨੇ ਆਪਣੇ ਸਮੇਂ ਵਿੱਚ 22 ਮੰਜੀਆਂ 52 ਪੀੜੇ ਸਥਾਪਿਤ ਕੀਤੇ, ਚਾਹੇ ਉਹਨਾਂ ਆਪਣੇ ਉੱਤਰਾਧਿਕਾਰੀ ਚੁਣੇ, ਚਾਹੇ ਉਹਨਾਂ ਵੱਖ-ਵੱਖ ਜਗ੍ਹਾ ਦੇ ਉੱਤੇ ਬੜੀਆਂ ਮਹਾਨ ਸ਼ਖਸੀਅਤਾਂ, ਪਰ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਸ਼ਬਦ ਦੀ ਕਸਵੱਟੀ ਦੇ ਉੱਤੇ ਪਰਖਿਆ ਤੇ ਸਤ ਸੰਗਤ ਵਿੱਚ ਪਹਿਲਾਂ ਘੜਿਆ। ਕਿਉਂਕਿ ਜਿਹੜਾ ਪ੍ਰੋਡਕਟ ਉਹਨਾਂ ਨੇ ਦੇਣਾ ਹੈ, ਜਿਹੜੀ ਚੀਜ਼ ਉਹਨਾਂ ਨੇ ਲੋਕਾਂ ਸਾਹਮਣੇ ਰੱਖਣੀ ਹੈ, ਉਹਦੀ ਕੁਆਲਿਟੀ ਨੂੰ ਉਹਨਾਂ ਸਭ ਤੋਂ ਪਹਿਲਾਂ ਮੁੱਖ ਰੱਖਿਆ। ਬਾਣੀ ਦੇ ਮੁਤਾਬਕ ਉਹਦਾ ਜੀਵਨ ਸਤ ਸੰਗਤ ਵਿੱਚ ਘੜਿਆ ਜਾਏ, ਉਹਦਾ ਆਚਰਣ ਸ਼ਬਦ ਦੇ ਮੁਤਾਬਕ ਹੋਵੇ, ਫਿਰ ਉਸ ਉੱਤੇ ਮੋਹਰ ਛਾਪ ਲਾ ਕੇ ਸਤਿਗੁਰੂ ਨੇ ਉਸ ਚੀਜ਼ ਨੂੰ ਸਮਾਜ ਵਿੱਚ ਕੋਈ ਜਗ੍ਹਾ ਦਿੱਤੀ ਹੈ। ਮਨ ਸੱਚ ਕਸਵੱਟੀ ਲਾਈਐ ਤੁਲੀਐ ਪੂਰਾ ਤੋਲ। ਕਿਸੇ ਚੀਜ਼ ਤੇ ਲੱਗਾ ਮਾਰਕਾ ਹੀ ਸਾਰਾ ਕੁਝ ਨਹੀਂ ਹੁੰਦਾ। ਜੇ ਉਹ ਚੀਜ਼ ਖੋਟੀ ਹੈ ਤੇ ਉਸ ਮਾਰਕੇ ਨੂੰ ਵੀ ਓਨਾ ਹੀ ਬਦਨਾਮ ਕਰਦੀ ਹੈ ਜਿਹੜਾ ਉਹਦੇ ਉੱਤੇ ਲੱਗਾ ਹੋਇਆ। ਇਸ ਵਾਸਤੇ ਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਰਾਰ ਕਰਤ ਝੂਠੀ ਲੱਗ ਗਾਥਾ। ਮਨ ਜਿਹੜਾ ਉਹ ਝੂਠੀ ਗਾਥਾ, ਵਿਸ਼ੇ ਵਿਕਾਰਾਂ ਦੇ ਸਵਾਦ ਵਿੱਚ ਪਿਆ ਹੋਇਆ, ਉਹਨਾਂ ਦੇ ਰਸ ਵਿੱਚ ਲੀਨ ਹੋਇਆ ਝਗੜੇ ਤੇ ਫਸਾਦ ਕਰਦਾ ਹੈ। ਉਹਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ। ਉਹ ਝੂਠੀ ਗਾਥਾ ਦੇ ਵਿੱਚ ਯਕੀਨ ਕਰਦਾ ਹੈ, ਗੁਰੂ ਦੇ ਸੱਚ ਵਿੱਚ ਯਕੀਨ ਨਹੀਂ ਕਰਦਾ। ਇਸ ਵਾਸਤੇ ਉਹ ਰਾਖਾ ਕਿਹੜੀ ਚੀਜ਼ ਦਾ ਬਣਦਾ? ਜਿਹਨੂੰ ਉਹ ਆਪ ਜੀ ਰਿਹਾ, ਝੂਠ ਨੂੰ, ਝੂਠ ਦੀ ਰਖਵਾਲੀ ਕਰ ਰਿਹਾ ਤੇ ਨਾ ਉਹ ਵਰਤ ਰਿਹਾ ਵੀ ਮੈਂ ਤਾਂ ਸੱਚ ਲਈ ਕਰ ਰਿਹਾ ਸਾਰਾ ਕੁਝ। ਇਹ ਕੁਝ ਸਾਡੀ ਬਿਰਤੀ ਵਿੱਚ ਵੀ ਹੈ। ਗੁਰੂ ਨੇ ਆਖਿਆ ਸਰੀਰਾਂ ਨੂੰ ਮੱਥੇ ਨਹੀਂ ਟੇਕਣੇ, ਤਾਂ ਨਹੀਂ ਟੇਕਣੇ, ਗੱਲ ਖਤਮ ਹੋ ਗਈ। ਇਹ ਤਾਂ ਸਿੱਖੀ ਅਸੂਲ ਆਪਾਂ ਸਾਰਿਆਂ ਨੂੰ ਦ੍ਰਿੜੀ ਹੈ। ਹੁਣ ਕੋਈ ਸੱਜਣ ਆ ਜਾਏ, ਉਹ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਮਸਕਾਰ ਕਰਵਾਉਣ ਲੱਗ ਪਏ, ਲੋਕ ਉਹਦੇ ਆਉਣ ਤੇ ਜਕਾਰੇ ਛੱਡਣ ਲੱਗ ਪੈਣ, ਜੇ ਤੁਸੀਂ ਰੋਕੋ
ਤੇ ਤੁਹਾਡੇ ਖਿਲਾਫ ਹੋਣ ਵਾਲੇ ਵੀ ਕੋਈ ਬਾਹਰੋਂ ਬੰਦੇ ਨਹੀਂ ਆਉਣਗੇ, ਉਹੀ ਹੋਣਗੇ ਜਿਹੜੇ ਪਹਿਲਾਂ 2 ਮਿੰਟ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਾ ਕਰ ਰਹੇ ਸਨ, ਜਿਹੜੇ ਸੁਣ ਰਹੇ ਸਨ, ਪੜ੍ਹ ਰਹੇ ਸਨ, ਗਾ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਸਿੱਖ ਦਾ ਸਰਵਉੱਚ ਗੁਰੂ ਹੈ। ਉਹਨਾਂ ਵਿੱਚੋਂ ਹੀ ਬਹੁਤੇ ਲੋਕ ਕਹਿਣਗੇ ਤੁਸੀਂ ਕਿ ਇਹ ਗੱਲ ਕਿਵੇਂ ਕਹਿ ਸਕਦੇ ਹੋ ਬਈ, ਤੁਹਾਨੂੰ ਪਤਾ ਹੈ ਕਿੰਨੇ ਸਨਮਾਨਯੋਗ ਨੇ। ਸਨਮਾਨ ਦਾ ਢੰਗ ਅਸੀਂ ਕੀ ਲੱਭਿਆ? ਤੋ ਇਹਦਾ ਭਾਵ ਹੈ ਮਨ ਤਾਂ ਉੱਥੇ ਜੁੜਿਆ ਹੋਇਆ, ਜ਼ਬਾਨ ਨਾਲ ਤਾਂ ਅਸੀਂ ਕਹਿ ਲਿਆ ਵੀ ਗੁਰੂ ਗ੍ਰੰਥ ਸਾਹਿਬ ਸਰਵਉੱਚ ਹੈ, ਸ੍ਰੇਸ਼ਟ ਹੈ, ਇਸ ਵਰਗਾ ਹੋਰ ਕੋਈ ਨਹੀਂ। ਸਿੱਖ ਦਾ ਇਹੋ ਹੀ ਇੱਕੋ ਇੱਕ ਮਨੋਰਥ ਹੈ, ਪਰ ਪ੍ਰੈਕਟੀਕਲੀ ਕੀ ਹੋਇਆ? ਤੋ ਬਹੁਤਾਤ ਐਸੇ ਧਰਮ ਸਥਾਨ ਨੇ ਸਿੱਖਾਂ ਦੇ ਵੀ, ਗੁਰਦੁਆਰੇ ਅਸੀਂ ਬਣਾਏ, ਉਹਨਾਂ ਜਗ੍ਹਾ ਦੇ ਉੱਤੇ ਵੀ ਅਸੀਂ ਤਸਵੀਰ ਪੂਜਾ ਨੂੰ ਰੋਕ ਨਹੀਂ ਸਕੇ, ਸਰੀਰ ਪੂਜਾ ਨੂੰ ਰੋਕ ਨਹੀਂ ਸਕੇ, ਥੜਿਆਂ ਨੂੰ, ਹੋਰ ਕਈ ਚੀਜ਼ਾਂ ਨੂੰ ਲੋਕਾਂ ਨੇ ਆਪੋ ਤਾਪੀ ਕਰਕੇ ਉਹਨਾਂ ਦੀ ਵੀ ਪੂਜਾ ਪ੍ਰਤਿਸ਼ਠਾ ਸ਼ੁਰੂ ਕਰ ਲਈ। ਹੁਣ ਗੱਲ ਕਹਿਣ ਵਿੱਚ, ਗੱਲ ਸੁਣਨ ਵਿੱਚ, ਗਾਉਣ ਵਿੱਚ, ਪੜ੍ਹਨ ਵਿੱਚ ਤਾਂ ਇਹੋ ਹੀ ਆਉਂਦੀ ਹੈ ਵੀ ਅਸੀਂ ਅਕਾਲ ਦੇ ਪੁਜਾਰੀ ਹਾਂ ਤੇ ਸ਼ਬਦ ਦੀ ਅਗਵਾਈ ਲੈਂਦੇ ਹਾਂ। ਪਰ ਜੇ ਪ੍ਰੈਕਟੀਕਲ ਲਾਈਫ ਨੂੰ ਵੇਖਿਆ ਜਾਏ ਤੇ ਜਿੱਥੇ ਇਹ ਸੁਨੇਹਾ ਮਿਲਣਾ ਹੁੰਦਾ ਹੈ ਉੱਥੇ ਹੀ ਉਹ ਸਾਰਾ ਕੁਝ ਹੋ ਰਿਹਾ ਹੈ, ਜਿਸ ਦਾ ਖੰਡਨ ਵੀ ਗੁਰਬਾਣੀ ਭਰਪੂਰ ਕਰ ਰਹੀ ਹੈ। ਇਹਦਾ ਮਤਲਬ ਅਸੀਂ 2 ਤਰ੍ਹਾਂ ਦਾ ਜੀਵਨ ਜੀ ਰਹੇ ਹਾਂ, ਪ੍ਰੈਕਟੀਕਲ ਕੁਝ ਹੋਰ ਤੇ ਥਿਊਰੀ ਕੁਝ ਹੋਰ। ਜੋ ਸ਼ਬਦ ਦਾ ਉਪਦੇਸ਼ ਹੈ ਉਹ ਕੁਝ ਹੋਰ ਹੈ, ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹ ਕੁਝ ਹੋਰ ਹੈ। ਦੋਵਾਂ ਗੱਲਾਂ 'ਚ ਤਾਲਮੇਲ ਨਹੀਂ ਬਣਦਾ। ਸਾਡੇ ਬਹੁਤੇ ਝਗੜਿਆਂ ਦੀ ਜੜ ਇੱਥੇ ਲੱਗੀ ਹੋਈ ਹੈ, ਕਿਉਂਕਿ ਜੋ ਸਾਡੀ ਸੋਚ ਮੁਤਾਬਕ ਆਖੇਗਾ ਉਹ ਸਹੀ ਹੋਏਗਾ, ਭਾਵੇਂ ਉਹ ਗੁਰੂ ਦੀ ਗੱਲ ਨੂੰ ਉਲੱਦ ਦੇਵੇ। ਜੇ ਗੁਰੂ ਦੀ ਸੋਚ ਮੁਤਾਬਕ ਕੋਈ ਵੀ ਗੱਲ ਕਰ ਗਿਆ, ਚਾਹੇ ਮੇਰੇ ਘਰ ਵਿੱਚ ਰਹਿਣ ਵਾਲਾ ਮੇਰੇ ਘਰ ਦਾ ਹੀ ਕੋਈ ਜੀ ਹੈ, ਤਾਂ ਤਕਲੀਫ ਹੋਏਗੀ। ਸਤਿਗੁਰੂ ਇਸੇ ਕਰਕੇ ਬਾਣੀ 'ਚ ਕਹਿੰਦੇ ਨੇ, ਸੁਣੀ ਨਾ ਜਾਈ ਸੱਚ ਅੰਮ੍ਰਿਤ ਗਾਥਾ, ਰਾਰ ਕਰਤ ਝੂਠੀ ਲਗ ਗਾਥਾ। ਤੋ ਆਰੰਭ ਦੇ ਬਚਨ ਵਿੱਚ ਆਖਿਆ, ਹਰ ਰਸ ਛੋੜ ਹੋਛੈ ਰਸ ਮਾਤਾ। ਸਤਿਗੁਰੂ ਕਹਿੰਦੇ ਨੇ ਰੱਬੀ ਨਾਮ ਦੇ ਰਸ ਨੂੰ ਛੱਡ ਕੇ, ਜੋ ਉਹਦੇ ਗੁਣਾਂ 'ਚ ਰਸ ਹੈ, ਜੋ ਉਹਦੇ ਚਿੰਤਨ ਦਾ ਸਵਾਦ ਹੈ, ਆਨੰਦ ਹੈ, ਉਸ ਦਾ ਤਿਆਗ ਕਰਕੇ ਹੋਛੇ ਨਾਸ਼ਵੰਤ ਚਸਕਿਆਂ ਵਿੱਚ ਪਿਆ ਹੋਇਆ। ਇਹ ਲੋਭ ਚੰਗਾ ਲੱਗਦਾ ਹੈ, ਕਾਮ ਚੰਗਾ ਲੱਗਦਾ ਹੈ, ਕ੍ਰੋਧ ਚੰਗਾ ਲੱਗਦਾ ਹੈ, ਈਰਖਾ ਚੰਗੀ ਲੱਗਦੀ, ਦਵੈਸ਼ ਚੰਗੀ ਲੱਗਦੀ, ਮੇਰ ਤੇਰ ਚੰਗੀ ਲੱਗਦੀ ਹੈ। ਸਤਿਗੁਰੂ ਕਹਿੰਦੇ ਹਰ ਰਸ ਛੋੜ ਹੋਛੈ ਰਸ ਮਾਤਾ, ਘਰ ਮਹਿ ਵਸਤ ਬਾਹਰ ਉੱਠ ਜਾਤਾ। ਉਹ ਰੱਬੀ ਨਾਮ ਦੀ ਵਸਤੂ ਇਹਦੇ ਘਰ ਵਿੱਚ ਹੈ, ਪਰ ਉਹਨੂੰ ਲੱਭਦਾ ਬਾਹਰ ਹੈ ਵੀ ਮੈਨੂੰ ਉਹ ਬਾਹਰੋਂ ਲੱਭ ਜਾਏ। ਜਿਸ ਨੂੰ ਪਾਤਸ਼ਾਹ ਕਹਿੰਦੇ ਨੇ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਾਜ ਬਿਕ ਸੰਗ੍ਰਹਿ ਕਰਤਾ ਆਪ ਖਵਾਇਆ, ਗੁਰਮੁਖ ਵਿਰਲੇ ਸੋਝੀ ਪਈ, ਤਿਨੀ ਅੰਤਰ ਬ੍ਰਹਮ ਦਿਖਾਇਆ। ਤੋ ਸਤਿਗੁਰੂ ਮਹਾਰਾਜ ਅੱਗੇ ਜਾ ਕੇ ਬਾਣੀ ਦੇ ਇਸ ਸ਼ਬਦ ਵਿੱਚ ਫਰਮਾਉਂਦੇ ਨੇ, ਕਹਿਣ ਲੱਗੇ ਵੀ ਜੋ ਪ੍ਰਭੂ ਸਦਾ ਸੰਗੀ ਹੈ, ਵਜੋਂ ਸਾਹਿਬ ਕਾ ਸੇਵ ਬਿਰਾਨੀ। ਦਿੱਤਾ ਹੋਇਆ ਉਹਦਾ ਖਾਂਦੇ ਹਾਂ, ਪਹਿਨਦੇ ਰੱਬ ਦਾ ਹਾਂ, ਉਹਦੀ ਕੁਦਰਤ ਵਿੱਚ ਜਿਉਂਦੇ ਹਾਂ। ਸਰਬ ਦਾਤਾਂ ਦਾ ਮਾਲਕ ਉਹ ਹੈ, ਪਰ ਗੁਣਗਾਨ ਕਿਹਦਾ ਕਰਦੇ ਹਾਂ? ਬੰਦਿਆਂ ਦਾ। ਇਹ ਉਹ ਦਾਤਾ ਹੈ, ਉਹਦੀ ਵਜ੍ਹਾ ਨਾਲ ਮੈਨੂੰ ਆ ਮਿਲਿਆ, ਫਲਾਣੇ ਨੇ ਐ ਕੀਤਾ, ਉਹਦੇ ਕਿਰਪਾ ਨਾਲ ਆ ਮਿਲਿਆ। ਸੇਵ ਬਿਰਾਨੀ, ਜਾਂ ਅਸੀਂ ਬੰਦਿਆਂ ਦੀ ਸੇਵਾ ਵਿੱਚ ਆ, ਜਾਂ ਪਰਾਲੌਕਿਕ ਕੁਝ ਗੈਬੀ ਸ਼ਕਤੀਆਂ ਮਿੱਥ ਲਈਆਂ, ਉਹਨਾਂ ਮਿੱਥਕਾਂ ਦੀ ਸੇਵਾ ਦੇ ਵਿੱਚ ਹਾਂ। ਜੋ ਦਾਤਾਰ ਹੈ, ਸਰਬ ਗੁਣਾਂ ਦਾ ਮਾਲਕ ਹੈ, ਜਿਸ ਨੂੰ ਪਾਤਸ਼ਾਹ ਬਾਣੀ ਵਿੱਚ ਆਖਦੇ ਨੇ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਉਸ ਦਾ ਚਿੰਤਨ ਨਹੀਂ ਹੋ ਰਿਹਾ, ਚਿੰਤਨ ਹੋਰ ਚੀਜ਼ਾਂ ਦਾ ਹੋ ਰਿਹਾ। ਇਹਦਾ ਦੂਸਰਾ ਭਾਵ ਇਹ ਅਰਥਕਾਰਾਂ ਨੇ ਦੱਸਿਆ ਵੀ ਜਿਸ ਅਕਾਲ ਪੁਰਖ ਦੇ ਗੁਣਾਂ ਦੀ ਬਖਸ਼ਿਸ਼ ਨਾਲ ਅਸੀਂ ਸੁਖੀ ਹੋ ਸਕਦੇ ਹਾਂ, ਉਸ ਦਾ ਚੇਤਾ ਚਿੰਤਨ ਨਹੀਂ, ਪਰ ਵਿਕਾਰਾਂ ਦੀ ਚੱਟੀ ਭਰਦੇ ਹਾਂ ਹਰ ਵੇਲੇ, ਹਰ ਵਕਤ। ਉਹਨਾਂ ਨੂੰ ਹੀ ਸੁੱਖ ਦਾ ਆਧਾਰ ਮੰਨਦੇ ਹਾਂ। ਤੋ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ ਕਹੋ ਨਾਨਕ। ਸਤਿਗੁਰੂ ਆਖਦੇ, ਹੇ ਮੇਰੇ ਮਨ, ਐਸੇ ਦਾਤੇ ਨੂੰ ਸਿਮਰ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਤੂੰ ਜਰੀਏ ਨੂੰ ਸਿਮਰਦਾ। ਜਰੀਆ ਦਾ ਮਤਲਬ ਹੈ ਸਾਧਨ, ਸਾਧਨ ਨਾਲ ਜੁੜਿਆ ਹੋਇਆ, ਮੰਜ਼ਲ ਨਾਲ ਨਹੀਂ ਜੁੜਿਆ ਹੋਇਆ। ਇਸ ਵਾਸਤੇ ਸਤਿਗੁਰੂ ਕਹਿੰਦੇ, ਤਿਸ ਸਿਉ ਲੋਕ ਜੋ ਸਦ ਹੀ ਸੰਗੀ, ਵਜੋ ਸਾਹਿਬ ਕਾ ਸੇਵ ਬਰਾਨੀ, ਐਸੇ ਗੁਨਾਹ ਅਸ਼ਾਦਿਓ ਪ੍ਰਾਨੀ।
ਇਹੋ ਜਿਹੇ ਔਗਣਾਂ ਵਿੱਚ, ਇਹੋ ਜਿਹੇ ਗੁਨਾਹਾਂ ਵਿੱਚ ਤੂੰ ਢੱਕਿਆ ਪਿਆ, ਤੇਰਾ ਅੰਤਰਾਤਮਾ ਪੂਰੀ ਤਰ੍ਹਾਂ ਭਰਿਆ ਪਿਆ। ਤਿਸਿਓ ਲੋਕ ਜੋ ਸਦ ਹੀ ਸੰਗੀ, ਉਹਦੇ ਤੋਂ ਤੂੰ ਲੁਕਦਾ ਹੈ, ਭੱਜਦਾ ਹੈ, ਉਸ ਨਾਲ ਤੂੰ ਜੁੜਨਾ ਨਹੀਂ ਚਾਹੁੰਦਾ ਜੋ ਸਦਾ ਤੇਰੇ ਨਾਲ ਰਹਿੰਦਾ ਹੈ, ਉਸ ਤੋਂ ਜੀ ਚਰਾਉਂਦਾ, ਉਸ ਦਾ ਚੇਤਾ ਨਹੀਂ ਕਰਨਾ ਚਾਹੁੰਦਾ। ਕਾਮ ਨਾ ਆਵੈ ਸੋ ਫਿਰ ਮੰਗੀ, ਜਿਹੜੀਆਂ ਚੀਜ਼ਾਂ ਤੇਰੇ ਨਾਲ ਨਹੀਂ ਨਿਭਣ ਵਾਲੀਆਂ ਉਹਨਾਂ ਦੀ ਦੌੜ ਵਿੱਚ ਹੈ, ਜੋ ਨਾਲ ਨਿਭਣ ਵਾਲਾ ਹੈ ਉਹਦੇ ਵੱਲ ਧਿਆਨ ਨਹੀਂ ਕਰਦਾ। ਜੋ ਸਾਥ ਛੱਡ ਜਾਣ ਵਾਲੀਆਂ ਚੀਜ਼ਾਂ ਉਹਨਾਂ ਪਿੱਛੇ ਦੌੜਦਾ ਹੈ, ਜੋ ਸਦਾ ਹੀ ਸਾਥੀ ਹੈ ਉਹਦਾ ਧਿਆਨ, ਉਹਦਾ ਖਿਆਲ ਵੀ ਮਨ ਵਿੱਚ ਨਹੀਂ ਲਿਆਉਣਾ ਚਾਹੁੰਦਾ। ਇਹੋ ਜਿਹੀ ਅਵਸਥਾ ਵਿੱਚ ਜਿਉਂਦਿਆਂ ਹੋਇਆਂ ਇਹ ਅਰਦਾਸ ਕਰ, ਕਹੋ ਨਾਨਕ ਪ੍ਰਭ ਦੀਨ ਦਇਆਲਾ। ਹੇ ਇਹੋ ਜਿਹੇ ਕੰਗਾਲਾਂ ਦੇ ਉੱਤੇ, ਕੰਗਾਲੀ ਭਰਿਆ ਜੀਵਨ ਜੀਣ ਵਾਲਿਆਂ ਦੇ ਉੱਤੇ ਦਇਆ ਕਰਨ ਵਾਲੇ, ਹੇ ਬਖਸ਼ੰਦ ਪਿਤਾ ਜੀ, ਬਖਸ਼ਿਸ਼ ਕਰੋ, ਰਹਿਮਤ ਕਰੋ, ਜਿਉਂ ਭਾਵੈ ਤਿਉਂ ਕਰ ਪ੍ਰਤਪਾਲਾ। ਜਿਵੇਂ ਤੇਰੀ ਰਜ਼ਾ ਹੈ ਨਾ, ਤੇਰਾ ਹੁਕਮ ਹੈ, ਹੇ ਅਕਾਲ ਪੁਰਖ ਜੀ, ਮੇਰੇ ਮਨ ਨੂੰ ਆਪਣੇ ਨਾਮ ਗੁਣਾਂ ਵਿੱਚ ਜੋੜ ਕੇ ਆਪਣੇ ਆਗਿਆ ਅਨੁਸਾਰੀ ਕਰ ਲਵੋ ਤੇ ਮੇਰੇ ਮਨ ਦੀ ਆਪਣੇ ਹਿਸਾਬ ਨਾਲ ਪ੍ਰਤਪਾਲਣਾ ਕਰੋ। ਇਹਨੂੰ ਬਚਾ ਲਓ, ਇਹਨੂੰ ਇਹਨਾਂ ਔਗਣਾਂ ਵਿੱਚੋਂ, ਇਸ ਮਾੜੀ ਅਵਸਥਾ ਵਿੱਚੋਂ, ਝੂਠ ਦੇ ਹੋਛੇ ਰਸ ਵਿੱਚੋਂ, ਵਿਸ਼ੇ ਵਿਕਾਰਾਂ ਦੇ ਸਵਾਦ ਵਿੱਚੋਂ ਤੇ ਹੋਰ ਬਾਕੀ ਸੰਸਾਰ ਦੀ ਸਰਬ ਪ੍ਰਕਾਰ ਦੀ ਪੂਜਾ ਵਿੱਚੋਂ ਇਸ ਨੂੰ ਕੱਢ ਕੇ ਆਪਣੇ ਦਰ ਦੀਆਂ ਰੱਬੀ ਨਾਮ ਤੇ ਗੁਣਾਂ ਦੀਆਂ ਬਖਸ਼ਿਸ਼ਾਂ ਨਾਲ ਇਸ ਨੂੰ ਨਿਵਾਜ ਦਿਓ। ਸਤਿਗੁਰੂ ਰਹਿਮਤ ਕਰਨ, ਇਸ ਪਾਵਨ ਸ਼ਬਦ ਦਾ ਭਾਵ ਸਾਡੇ ਜੀਵਨ ਦਾ ਹਿੱਸਾ ਬਣੇ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।